Yes, very good morning to all the students. ਤੁਹਾਡੇ ਫਿਨਿਸ਼ਿੰਗ ਸਕੂਲ ਪ੍ਰੋਗਰਾਮ ਦਾ ਜਿਹੜਾ ਅੱਜ ਦਾ ਸੈਸ਼ਨ ਹੈ ਉਹ ਅੱਜ ਦਾ ਸੈਸ਼ਨ ਅਸੀਂ ਮੇਨਲੀ ਫੋਕਸ ਰੱਖਿਆ ਸੀ ਤੁਹਾਡੇ NEP 2020 ਤੇ। ਪਹਿਲਾਂ ਅਸੀਂ ਕੁਝ ਸਪੀਕਰਸ ਹੋਰ ਪਲਾਨ ਕਰ ਰਹੇ ਸੀ ਅੱਜ ਦੇ ਦਿਨ ਵਾਸਤੇ, ਬਟ ਸਡਨਲੀ ਕਿਸੇ ਐਮਰਜੈਂਸੀ ਕਾਰਨ ਉਹ ਸਪੀਕਰ ਤੁਹਾਡੇ ਨਾਲ ਡਿਸਕਸ ਨਹੀਂ ਕਰ ਪਾ ਰਹੇ ਅੱਜ ਦਾ ਟੌਪਿਕ। ਸੋ ਆਈ ਵਿਲ ਬੀ ਕਵਰਿੰਗ that particular topic for all of you, that is National Education Policy 2020। ਮੈਂ ਪ੍ਰੈਜੈਂਟੇਸ਼ਨ ਸਟਾਰਟ ਕਰਨ ਲੱਗਿਆ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ ਸੀ ਕਿ ਤੁਸੀਂ ਤੁਹਾਡਾ ਕੋਈ ਵੀ ਸਵਾਲ ਹੋਵੇ, ਕੋਈ ਵੀ ਪ੍ਰਸ਼ਨ ਹੋਵੇ ਡਿਊਰਿੰਗ ਦਾ ਸੈਸ਼ਨ, ਯੂ ਕੈਨ ਆਸਕ ਐਨੀ ਟਾਈਮ। ਸਕਰੀਨ ਵਿਜ਼ੀਬਲ ਹੈ ਬੇਟਾ ਸਾਰਿਆਂ ਨੂੰ? ਯੈਸ ਸਰ। ਗੁੱਡ। ਜੇ ਕਿਤੇ ਵੀ ਸਕਰੀਨ ਦੀਆਂ ਸਲਾਈਡਸ ਮੂਵ ਨਾ ਕਰ ਰਹੀਆਂ ਹੋਣ ਤੁਸੀਂ ਉਸੇ ਟਾਈਮ ਮੈਨੂੰ ਦੱਸ ਸਕਦੇ ਹੋ, ਉਹਦੇ ਅਕੋਰਡਿੰਗਲੀ ਆਪਾਂ ਪਲਾਨ ਕਰ ਲਾਂਗੇ। So our topic is National Education Policy 2020, especially in reference to school education. ਤੁਸੀਂ ਜਾਣਦੇ ਹੋ ਬੇਟੇ ਕਿ ਸਾਡਾ ਜਿਹੜਾ ਇੰਡੀਆ ਨੂੰ APJ ਅਬਦੁਲ ਕਲਾਮ ਜੀ ਨੇ ਇੱਕ ਬੁੱਕ ਲਿਖੀ ਸੀ ਵਿਜ਼ਨ 2020। ਸੋ ਜਿਹੜੀ ਉਹ ਬੁੱਕ ਸੀ ਆਪਣੇ ਆਪ ਦੇ ਵਿੱਚ ਇੱਕ 2020 ਦੇ ਵਿੱਚ ਕਿੱਦਾਂ ਦਾ ਇੰਡੀਆ ਹੋਏਗਾ, ਕਿਸ ਤਰ੍ਹਾਂ ਦਾ ਇੰਡੀਆ ਹੋਏਗਾ, ਉਹਦੇ ਬਾਰੇ ਸਾਰੀ ਐਕਸਪਲੇਨ ਕਰਦੀ ਸੀ। ਤੇ ਇਹ ਕਿਹਾ ਗਿਆ ਕਿ ਵਰਲਡ ਦੀਆਂ ਰਿਪੋਰਟਸ ਦੇ ਵਿੱਚ ਵੀ, ਅਲੱਗ-ਅਲੱਗ ਕਿਤਾਬਾਂ ਦੇ ਵਿੱਚ ਵੀ, ਕਿ ਇੰਡੀਆ ਜਿਹੜਾ ਹੋਏਗਾ ਨਾ ਉਹ ਯੰਗੈਸਟ ਨੇਸ਼ਨ ਹੋਏਗਾ ਬਾਏ ਦਾ 2020। ਸੋ ਇਹਦੇ ਵਿੱਚ 2017 ਦੇ ਵਿੱਚ ਬਲੂਮਬਰਗ ਨਿਊਜ਼ ਆਉਂਦੀ ਆ, ਇਹਦੇ ਨਾਲ ਅਨਦਰ ਰਿਪੋਰਟਸ ਆਉਂਦੀਆਂ ਨੇ ਜਿਹੜੀਆਂ ਇਹ ਦੱਸਦੀਆਂ ਨੇ ਕਿ ਮੋਰ ਦੈਨ 1 ਬਿਲੀਅਨ ਪੀਪਲ ਅਕਾਊਂਟਿੰਗ ਫਾਰ 18% ਆਫ ਦਾ ਗਲੋਬਲ ਲੇਬਰ ਫੋਰਸ ਕਿੱਥੇ ਹੋਏਗੀ? ਇੰਡੀਆ 'ਚ ਹੋਏਗੀ। ਹੁਣ ਜੇ ਇੰਨੀ ਯੰਗ ਪਾਪੂਲੇਸ਼ਨ ਸਾਡੇ ਕੋਲ ਇੰਡੀਆ ਕੋਲੇ ਹੈਗੀ ਹੈ, this young population can be asset or can be liability for the country। ਇਹ ਤੁਹਾਡੇ ਵਾਸਤੇ ਫਾਇਦਾ ਵੀ ਹੋ ਸਕਦੀ ਹੈ, ਇਹ ਤੁਹਾਡੇ ਵਾਸਤੇ ਬਹੁਤ ਵੱਡਾ ਨੁਕਸਾਨ ਵੀ ਹੋ ਸਕਦੀ ਹੈ। ਫਾਇਦਾ ਕਦੋਂ ਹੋਏਗੀ? ਜੇ ਅਸੀਂ ਇਸ ਯੰਗ ਪਾਪੂਲੇਸ਼ਨ ਨੂੰ ਐਜੂਕੇਟਡ, ਯੰਗ ਪਾਪੂਲੇਸ਼ਨ ਨੂੰ ਸਕਿਲਡ ਬਣਾ ਸਕਾਂਗੇ। ਤੇ ਸਾਡੇ ਵਾਸਤੇ ਨੁਕਸਾਨ ਕਦੋਂ ਹੋਏਗੀ? ਜਦੋਂ ਇਹੀ ਯੰਗ ਪਾਪੂਲੇਸ਼ਨ ਨਸ਼ਿਆਂ 'ਚ ਗਲਤਾਨ ਹੋਏਗੀ, ਇਹੀ ਯੰਗ ਪਾਪੂਲੇਸ਼ਨ ਸਾਡੀ ਡਰੱਗਸ ਦੇ ਵਿੱਚ ਫਸੀ ਹੋਏਗੀ, ਇਹੀ ਯੰਗ ਪਾਪੂਲੇਸ਼ਨ ਸਾਡੀ ਕਿਸੇ ਗਲਤ ਰਾਸਤੇ ਪਈ ਹੋਏਗੀ, ਇਹੀ ਯੰਗ ਪਾਪੂਲੇਸ਼ਨ ਸਾਡੀ ਸਿਰਫ ਮੋਬਾਈਲ ਤੇ ਸਾਰਾ ਟਾਈਮ ਆਪਣਾ ਸਪੈਂਡ ਕਰਦੀ ਹੋਏਗੀ। ਫਿਰ ਇਹ ਯੰਗ ਪਾਪੂਲੇਸ਼ਨ ਸਾਡੇ ਵਾਸਤੇ ਲਾਇਬਿਲਿਟੀ ਬਣ ਜਾਏਗੀ, ਨਾ ਕਿ ਐਸੈਟ ਬਣੇਗੀ। ਸੋ ਇਹ ਸਾਰੀ ਰਿਸਪੌਂਸਿਬਿਲਟੀ ਕਿਹਦੇ ਸਿਰ ਤੇ ਹੈ? ਰਿਸਪੌਂਸਿਬਿਲਟੀ ਹੈਗੀ ਆ ਤੁਹਾਡੇ ਸਿਰ ਤੇ, ਮੇਰੇ ਸਿਰ ਤੇ, ਟੀਚਰਸ ਦੇ ਸਿਰ ਤੇ, ਤਾਂ ਜੋ ਅਸੀਂ ਆਪਣੀ ਜਿਹੜੀ ਯੰਗ ਜਨਰੇਸ਼ਨ ਹੈ, ਜਿਹੜੇ ਸਾਡੇ ਯੰਗ ਪੀਪਲ ਨੇ, ਉਹਨਾਂ ਨੂੰ ਅਸੀਂ ਸਕਿਲਡ ਵਰਕਰ, ਇੱਕ ਚੰਗਾ ਐਜੂਕੇਟਡ ਇਨਸਾਨ ਬਣਾ ਸਕੀਏ। ਸੋ ਇਹਦੇ ਵਾਸਤੇ ਜਿਹੜੀ NEP 2020 ਆ, ਕਈ ਪ੍ਰੋਵੀਜ਼ਨ ਤੁਹਾਨੂੰ ਪ੍ਰੋਵਾਈਡ ਕਰਦੀ ਆ। ਜੇ ਤੁਸੀਂ ਥਿਓਰੈਟੀਕਲੀ ਦੇਖੋਗੇ ਤਾਂ NEP 2020 ਇੱਕ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ, ਜਿਨ੍ਹਾਂ ਨੂੰ ਕੀ ਬੋਲਦੇ ਆਪਾਂ? SDG, ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ ਇੱਕ ਏਜੰਡਾ ਬਣਾਇਆ ਹੈ। ਦੈਟ ਏਜੰਡਾ ਇਜ਼ ਫਾਰ 2030 ਈਅਰ, ਕਿ 2030 ਤੱਕ ਕਿਹੋ ਜਿਹਾ ਵਿਸ਼ਵ ਹੋਣਾ ਚਾਹੀਦਾ, ਕਿਹੋ ਜਿਹਾ ਵਰਲਡ ਹੋਣਾ ਚਾਹੀਦਾ, ਉਹਦੇ ਵਾਸਤੇ ਉਹਨੇ ਡਿਫਰੈਂਟ ਗੋਲਸ ਬਣਾਏ ਨੇ। ਉਹਦੇ ਵਿੱਚੋਂ ਗੋਲ ਨੰਬਰ 4 ਕੀ ਹੈ? Ensure inclusive and equitable quality education and promote lifelong learning opportunities for all। ਇਹ ਕੀ ਹੈ? Sustainable Development Goal ਨੰਬਰ 4, ਜਿਹੜਾ ਐਜੂਕੇਸ਼ਨ ਨਾਲ ਸੰਬੰਧਿਤ ਹੈ, ਜਿਹੜਾ ਇਹ ਦੱਸਦਾ ਕਿ ਹਰ ਇੱਕ ਬੱਚੇ ਵਾਸਤੇ ਐਜੂਕੇਸ਼ਨ ਇੰਪੋਰਟੈਂਟ ਹੈ ਤੇ ਇਕੁਇਟੇਬਲ, ਹਰੇਕ ਨੂੰ ਬਰਾਬਰ ਮਿਲਣੀ ਚਾਹੀਦੀ ਹੈ। ਸੋ ਇਹ ਸਿਧਾਂਤ ਨੂੰ ਧਿਆਨ 'ਚ ਰੱਖਦੇ ਹੋਏ, ਇਸ ਪ੍ਰਿੰਸੀਪਲ ਨੂੰ ਧਿਆਨ 'ਚ ਰੱਖਦੇ ਹੋਏ NEP 2020 ਨੂੰ ਸਕੂਲ ਐਜੂਕੇਸ਼ਨ ਵਾਸਤੇ ਬਣਾਇਆ ਗਿਆ। NEP 2020 ਬਣਨ ਤੋਂ ਪਹਿਲਾਂ ਵੀ ਡਿਫਰੈਂਟ ਕਮਿਸ਼ਨ ਜਾਂ ਕਮੇਟੀਜ਼ ਬਣੀਆਂ ਨੇ, ਜਿਨ੍ਹਾਂ ਨੇ ਪਾਲਿਸੀ ਰਿਕਮੈਂਡੇਸ਼ਨ ਦਿੱਤੀਆਂ ਨੇ, ਜਿਨ੍ਹਾਂ ਨੂੰ ਮੈਂ ਇਸ ਸਲਾਈਡ ਦੇ ਵਿੱਚ ਕਵਰ ਕੀਤਾ। ਮੈਂ ਇਕੱਲੀ ਤੇ ਹੁਣ ਡਿਟੇਲ 'ਚ ਡਿਸਕਸ ਨਹੀਂ ਕਰਾਂਗਾ, ਤੁਸੀਂ ਆਪੋ ਆਪਣੇ ਪੇਪਰ 'ਚ ਪੜ੍ਹ ਚੁੱਕੇ ਹੋ। यूनिवर्सिटी एजुकेशन कमीशन, सैकेंडरी एजुकेशन कमीशन, कोठारी कमीशन, फिर नैशनल पॉलिसी ऑन एजुकेशन आई 1968 ਦੇ ਵਿੱਚ। ਫਿਰ ਇੱਕ ਬਹੁਤ ਵੱਡੀ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਹੁੰਦੀ ਆ, ਜਿਹਨੂੰ ਕੀ ਬੋਲਦੇ ਆ ਆਪਾਂ 1976 ਦੀ ਅਮੈਂਡਮੈਂਟ, ਜਿਹਦੇ ਨਾਲ ਐਜੂਕੇਸ਼ਨ ਸਟੇਟ ਤੇ ਸੈਂਟਰ ਦੋਨਾਂ ਦਾ ਪਾਰਟ ਬਣ ਗਈ। ਕੀ ਬੋਲਦੇ ਆ ਉਹ ਲਿਸਟ ਨੂੰ? ਕਨਕਰੰਟ ਲਿਸਟ। ਉਸ ਤੋਂ ਬਾਅਦ 86 ਦੀ ਪਾਲਿਸੀ ਆਉਂਦੀ ਹੈ, ਫਿਰ 1992 ਚ ਪ੍ਰੋਗਰਾਮ ਆਫ ਐਕਸ਼ਨ ਆਉਂਦਾ,
ਫਿਰ ਮੌਜੂਦਾ ਪਾਲਿਸੀ ਨੂੰ ਬਣਾਉਣ ਲਈ 2016 'ਚ ਇੱਕ ਕਮੇਟੀ ਬਣਦੀ ਹੈ। ਉਸ ਕਮੇਟੀ ਤੋਂ ਬਾਅਦ ਦੁਬਾਰਾ ਤੋਂ ਫਿਰ ਇੱਕ ਕਮੇਟੀ ਬਣਦੀ ਹੈ, ਜਿਹਦੀਆਂ ਸਾਨੂੰ ਅੱਜ ਦੀ ਡੇਟ 'ਚ ਜੋ ਸਾਡੇ ਕੋਲ ਪਾਲਿਸੀ ਆਈ ਹੈ, ਉਹਨਾਂ ਉਸ ਪਾਲਿਸੀ ਦੇ ਚੇਅਰਮੈਨ ਕੌਣ ਸੀ? ਡਾਕਟਰ ਕੇ ਕਸਤੂਰੀ ਰੰਗਨ ਕਮੇਟੀ, ਜਿਹਦੇ ਰਿਜ਼ਲਟ ਵਜੋਂ ਇਹ ਸਾਰੀ ਤੁਹਾਨੂੰ ਪਾਲਿਸੀ ਸਾਹਮਣੇ ਮਿਲੀ ਹੈ। ਸੋ ਦਿਸ ਇਜ਼ ਬੈਕਗਰਾਉਂਡ ਆਫ ਦਾ ਨੈਸ਼ਨਲ ਐਜੂਕੇਸ਼ਨ ਪਾਲਿਸੀ। ਇਹ ਸਲਾਈਡ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ। ਬੇਟਾ ਆਵਾਜ਼ ਆ ਰਹੀ ਹੈ? ਸਲਾਈਡ ਚੇਂਜ ਹੋ ਰਹੀਆਂ ਨੇ? ਬੇਟਾ ਸਲਾਈਡ ਚੇਂਜ ਹੋ ਰਹੀਆਂ ਨੇ ਤੇ ਆਵਾਜ਼ ਆ ਰਹੀ ਹੈ ਕਲੀਅਰ? आ रही है सर। ਓਕੇ ਫਾਈਨ। ਸੋ ਇਹ ਸਲਾਈਡ ਜਿਹੜਾ ਇੱਕ ਪੇਜ ਆ ਤੁਹਾਨੂੰ ਇਹ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਅਗਲੇ 20 ਸਾਲਾਂ ਦੇ ਵਿੱਚ ਪੂਰਾ ਐਜੂਕੇਸ਼ਨ ਦਾ ਸਿਨੈਰੀਓ ਚੇਂਜ ਹੋਣ ਜਾ ਰਿਹਾ। ਤੁਸੀਂ ਦੇਖ ਰਹੇ ਹੋਵੋਗੇ ਸਾਹਮਣੇ ਕਿ 2021-22 ਦੇ ਵਿੱਚ ਸਕੂਲ ਐਜੂਕੇਸ਼ਨ ਵਾਸਤੇ ਕਰਿਕੂਲਮ ਫਰੇਮਵਰਕ ਬਣ ਰਿਹਾ, ਜਿਹੜਾ 22-23 ਦੇ ਵਿੱਚ ਇਸ ਸਾਲ ਤੁਹਾਨੂੰ 23 ਦੇ ਵਿੱਚ ਕਿਸੇ ਨਾ ਕਿਸੇ ਪਬਲਿਕ ਡੋਮੇਨ ਤੇ ਮਿਲੇਗਾ। ਪ੍ਰਾਇਮਰੀ ਐਜੂਕੇਸ਼ਨ ਦਾ ਐਲੀਮੈਂਟਰੀ ਦਾ ਆਲਰੇਡੀ ਆ ਚੁੱਕਿਆ। ਕੀ ਹੁੰਦਾ ਹੈ ਨੈਸ਼ਨਲ ਕਰਿਕੂਲਮ ਫਰੇਮਵਰਕ? ਨੈਸ਼ਨਲ ਕਰਿਕੂਲਮ ਫਰੇਮਵਰਕ ਉਹ ਡਾਕੂਮੈਂਟ ਹੁੰਦਾ ਜਿਹਨੂੰ ਆਧਾਰ ਬਣਾ ਕੇ, ਜਿਹਨੂੰ ਬੇਸ ਬਣਾ ਕੇ ਸਾਰੇ ਬੋਰਡਸ ਦੇ ਸਿਲੇਬਸ ਬਣਦੇ ਨੇ, ਸਾਰੇ ਬੋਰਡਸ ਦੇ ਕਰਿਕੂਲਮ ਬਣਦੇ ਨੇ। ਸੋ ਜਦੋਂ ਨੈਸ਼ਨਲ ਕਰਿਕੂਲਮ ਫਰੇਮਵਰਕ ਨਵਾਂ ਆਏਗਾ ਤਾਂ ਸਾਰੀਆਂ ਕਿਤਾਬਾਂ ਦੀ ਫਾਰਮੇਸ਼ਨ, ਪੜ੍ਹਾਉਣ ਦੇ ਵੇਜ਼, ਅਸੈਸਮੈਂਟ ਦੇ ਤਰੀਕੇ ਸਾਰਿਆਂ 'ਚ ਚੇਂਜ ਆਏਗੀ। ਸੋ ਉਹ ਚੇਂਜ ਐਜ਼ ਅ ਟੀਚਰ ਤੁਹਾਨੂੰ ਉਹ ਚੇਂਜ ਬਾਰੇ ਪਤਾ ਹੋਵੇ, ਤੁਸੀਂ ਕਿਵੇਂ ਉਹ ਚੇਂਜ ਨਾਲ ਅਡਾਪਟ ਕਰਨਾ, ਕਿਵੇਂ ਉਸ ਚੇਂਜ ਨੂੰ ਨਾਲ ਐਡਜਸਟ ਕਰਨਾ। ਯੂ ਮਸਟ ਬੀ ਅਵੇਅਰ ਅਬਾਊਟ ਦਿਸ। ਜਿਵੇਂ ਹੁਣ ਤੁਸੀਂ ਬੀਐਡ ਕਾਲਜ ਪੜ੍ਹ ਰਹੇ ਹੋ, ਪਾਲਿਸੀ ਇਹ ਵੀ ਕਹਿੰਦੀ ਹੈ ਕਿ 2 ਸਾਲਾਂ ਦੀ ਬੀਐਡ ਬੰਦ ਕਰਕੇ 2030 ਤੋਂ ਬਾਅਦ ਸਿਰਫ ਤੇ ਸਿਰਫ 4 ਸਾਲ ਦੀ ਬੀਐਡ ਚੱਲੇਗੀ, ਇੰਟੀਗ੍ਰੇਟਡ ਬੀਐਡ। ਸੋ ਇਦਾਂ ਦੀਆਂ ਬਹੁਤ ਸਾਰੀਆਂ ਚੇਂਜਸ ਪਾਲਿਸੀ 'ਚ ਕਹੀਆਂ ਗਈਆਂ ਨੇ। ਅੱਜ ਦੇ ਸੈਸ਼ਨ 'ਚ ਸਾਡਾ ਸਿਰਫ ਤੇ ਸਿਰਫ ਫੋਕਸ ਕੀਆ ਸਕੂਲ ਐਜੂਕੇਸ਼ਨ ਨਾਲ ਰਿਲੇਟਡ ਚੇਂਜਸ ਤੇ। ਸਭ ਤੋਂ ਵੱਡੀ ਚੇਂਜ ਜਿਹੜੀ ਤੁਹਾਨੂੰ ਦੇਖਣ ਨੂੰ ਮਿਲੇਗੀ, ਅਗਲੇ ਸਾਲ ਤੋਂ ਇਹ ਚੀਜ਼ ਨਜ਼ਰ ਆ ਜਾਏਗੀ ਤੁਹਾਨੂੰ। ਇਹਦੇ 'ਚ ਸਭ ਤੋਂ ਵੱਡੀ ਚੇਂਜ ਇਹ ਹੈ ਕਿ ਜਿਹੜੀ ਤੁਹਾਨੂੰ ਪਹਿਲਾਂ ਐਜੂਕੇਸ਼ਨ ਮਿਲਦੀ ਸੀ ਉਹ ਕਿਵੇਂ ਮਿਲਦੀ ਸੀ? ਹਾਈ ਸਕੂਲ ਤੇ ਸੈਕੰਡਰੀ ਸਕੂਲ, 10ਵੀਂ ਤੱਕ ਦੇ ਸਕੂਲ ਬਣੇ ਹੋਏ ਨੇ, ਫਿਰ 12ਵੀਂ ਤੱਕ ਦੇ ਸਕੂਲ ਨੇ। ਹੁਣ ਨਵਾਂ ਅਕੈਡਮਿਕ ਸਟਰਕਚਰ ਕੀ ਮਿਲੇਗਾ? ਜਿਹੜੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਆਂਗਨਵਾੜੀਆਂ ਚੱਲਦੀਆਂ ਸੀ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ, ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਰਸਰੀ ਦੇ ਸੈਸ਼ਨ ਚੱਲਦੇ ਸੀ, ਪ੍ਰੀ ਪ੍ਰਾਇਮਰੀ ਵਿੰਗ ਜਿਹਨੂੰ ਆਪਾਂ ਕਹਿੰਦੇ ਆ, ਉਹ ਸਾਰੀਆਂ ਚੀਜ਼ਾਂ ਗਵਰਨਮੈਂਟ ਸਕੂਲਾਂ 'ਚ ਸ਼ੁਰੂ ਹੋਣ ਜਾ ਰਹੀਆਂ ਨੇ। ਪਹਿਲੇ 3 ਸਾਲ ਬੱਚੇ ਦੇ ਆਂਗਨਵਾੜੀ ਜਾਂ ਪ੍ਰੀ ਸਕੂਲ 'ਚ ਹੋਣਗੇ। 3 ਸਾਲਾਂ ਦਾ ਬੱਚਾ ਸਕੂਲ 'ਚ ਜਾਣਾ ਸ਼ੁਰੂ ਕਰੇਗਾ। ਹੁਣ ਕਿੰਨੇ ਸਾਲ ਦਾ ਜਾਂਦਾ ਗਵਰਨਮੈਂਟ ਸਕੂਲ 'ਚ? 6 ਸਾਲ ਦਾ ਬੱਚਾ। ਨਵੀਂ ਪਾਲਿਸੀ 'ਚ ਕਿੰਨੇ ਸਾਲ ਦਾ ਬੱਚਾ ਜਾਏਗਾ? 3 ਸਾਲ ਦਾ ਬੱਚਾ। 3 ਤੋਂ 6 ਸਾਲਾਂ ਦਾ ਜਿਹੜਾ ਟਾਈਮ ਹੋਏਗਾ, 3 ਸਾਲਾਂ ਦਾ, ਉਹਨੂੰ ਕੀ ਕਿਹਾ ਗਿਆ? ਪ੍ਰੀ ਸਕੂਲ ਐਜੂਕੇਸ਼ਨ ਜਾਂ ਆਂਗਨਵਾੜੀ ਜਾਂ ਬਾਲ ਵਾਟਿਕਾ। ਉਸ ਤੋਂ ਜਿਹੜਾ ਅਗਲਾ ਸੈਸ਼ਨ ਹੋਏਗਾ, ਅਗਲੇ 2 ਸਾਲਾਂ ਦੇ ਸਮੇਂ ਨੂੰ ਕਲਾਸ 1 ਤੇ ਕਲਾਸ 2 ਕਿਹਾ ਗਿਆ, ਜਿਹਦੇ ਵਿੱਚ ਫਸਟ ਕਲਾਸ ਤੇ ਸੈਕੰਡ ਕਲਾਸ, ਜਿਹੜਾ ਬੱਚੇ ਦੀ ਏਜ ਕਿੰਨੀ ਹੋਏਗੀ? 6 ਤੋਂ 8 ਸਾਲ। ਉਹਨੂੰ ਇਹ ਸਾਰੇ ਦੋਨਾਂ ਨੂੰ ਮਿਲਾ ਕੇ 5 ਸਾਲਾਂ ਦੇ ਸਮੇਂ ਨੂੰ ਕੀ ਕਿਹਾ ਜਾਂਦਾ? ਫਾਊਂਡੇਸ਼ਨਲ ਸਟੇਜ। ਜਿਹਦੇ ਵਿੱਚ ਕੀ ਹੋਏਗਾ? ਮੇਨ ਪੜ੍ਹਾਉਣ ਦਾ ਤਰੀਕਾ ਕੀ ਹੋਏਗਾ? ਪਲੇਵੇ ਮੈਥਡ, ਮੌਂਟੈਸਰੀ ਮੈਥਡ, ਐਕਟੀਵਿਟੀ ਬੇਸਡ ਮੈਥਡ। ਇਸ ਤੋਂ ਬਾਅਦ ਸ਼ੁਰੂ ਹੋਏਗੀ ਅਗਲੀ ਸਟੇਜ ਨੂੰ ਕੀ ਕਿਹਾ ਜਾਂਦਾ? ਪ੍ਰੈਪਰੇਟਰੀ ਸਟੇਜ। ਪ੍ਰੈਪਰੇਟਰੀ ਸਟੇਜ ਕੀ ਹੋਏਗੀ? ਜਿਹਦੇ ਵਿੱਚ ਪਲੇ, ਡਿਸਕਵਰੀ, ਐਕਟੀਵਿਟੀ ਬੇਸਡ ਤੇ ਇੰਟਰੈਕਟਿਵ ਲਰਨਿੰਗ ਤੇ ਫੋਕਸ ਕੀਤਾ ਜਾਏਗਾ। ਕਲਾਸਾਂ ਕਿਹੜੀਆਂ ਹੋਣਗੀਆਂ? ਤੀਸਰੀ, ਚੌਥੀ ਤੇ 5ਵੀਂ, 3rd, 4th ਐਂਡ 5th। 3 ਕਲਾਸਾਂ ਨੂੰ ਕੀ ਕਿਹਾ ਗਿਆ? ਪ੍ਰੈਪਰੇਟਰੀ ਸਟੇਜ, ਸੈਕੰਡ ਸਟੇਜ। ਇਸ ਤੋਂ ਬਾਅਦ ਅਗਲੀ ਸਟੇਜ ਸ਼ੁਰੂ ਹੋਏਗੀ ਮਿਡਲ ਸਟੇਜ, ਜਿਹਦੇ ਵਿੱਚ ਕਲਾਸਾਂ ਕਿਹੜੀਆਂ ਹੋਣਗੀਆਂ? 6ਵੀਂ, 7ਵੀਂ ਤੇ 8ਵੀਂ, 6th, 7th, 8th। ਇਹ 3 ਕਲਾਸਾਂ ਨੂੰ ਬਣਾ ਕੇ ਬਣੇਗੀ ਮਿਡਲ ਸਟੇਜ। ਮਿਡਲ ਸਟੇਜ ਦੇ ਵਿੱਚ ਐਕਸਪੀਰੀਐਂਸ਼ੀਅਲ ਲਰਨਿੰਗ ਤੇ ਫੋਕਸ ਕੀਤਾ ਜਾਏਗਾ, ਮੈਥਮੈਟਿਕਸ, ਸਾਇੰਸ, ਆਰਟ, ਸੋਸ਼ਲ ਸਾਇੰਸ ਜਿਵੇਂ ਆਪਾਂ ਹੁਣ ਪੜ੍ਹਦੇ ਹਾਂ, ਲੇਕਿਨ ਪੜ੍ਹਾਉਣ ਦਾ ਤਰੀਕਾ ਕੀ ਹੋਏਗਾ? ਐਕਸਪੀਰੀਐਂਸ਼ੀਅਲ ਲਰਨਿੰਗ। ਕਿਤਾਬਾਂ ਦੇ ਵਿੱਚੋਂ ਰੱਟੇ ਨਹੀਂ ਮਰਵਾਏ ਜਾਣਗੇ, ਪੜ੍ਹਾਉਣ ਦੇ ਵੇਜ਼ ਐਂਡ ਟੈਕਨੀਕ ਚੇਂਜ ਹੋਣਗੀਆਂ। ਉਸ ਤੋਂ ਬਾਅਦ ਸ਼ੁਰੂ ਹੋਏਗੀ ਸੈਕੰਡਰੀ ਸਟੇਜ। ਜਿਵੇਂ ਹੁਣ ਆਪਾਂ ਨੂੰ ਲੱਗਦਾ ਕਿ 10ਵੀਂ ਕਰਨ ਤੋਂ ਬਾਅਦ ਬੱਚਾ ਆਰਟਸ, ਕਮਰਸ, ਸਾਇੰਸ, ਵੋਕੇਸ਼ਨਲ ਲੈਂਦਾ, ਇੱਥੇ ਪ੍ਰੋਵੀਜ਼ਨ ਕੀ ਆ ਰਹੀ ਹੈ ਕਿ 9ਵੀਂ ਕਲਾਸ ਤੋਂ ਬੱਚੇ ਨੂੰ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਣਗੀਆਂ। ਚੁਆਇਸ ਬੇਸਡ ਸਬਜੈਕਟ ਲੈ ਸਕੇਗਾ, ਕੁਝ ਕੰਪਲਸਰੀ ਸਬਜੈਕਟ ਹੋਣਗੇ, ਨਾਲ ਦੀ ਨਾਲ ਬੱਚੇ ਨੂੰ ਕੋਈ ਨਾ ਕੋਈ ਵੋਕੇਸ਼ਨਲ ਸਬਜੈਕਟ ਦਿੱਤਾ ਜਾਏਗਾ।
ਗਵਰਨਮੈਂਟ ਸਕੂਲਾਂ 'ਚ ਹਜੇ ਇਹਨੂੰ ਇੰਪਲੀਮੈਂਟ ਹੋਣ 'ਚ 1 ਸਾਲ 2 ਸਾਲ ਲੱਗ ਸਕਦੇ ਨੇ, ਲੇਕਿਨ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਨੇ ਆਲਰੇਡੀ ਇਹਨੂੰ ਸਟਾਰਟ ਕਰ ਲਿਆ। ਤੁਸੀਂ ਲੁਧਿਆਣੇ ਦੇ ਵਿੱਚ ਸਕੂਲਾਂ ਜਾਓਗੇ ਤਾਂ 9th ਕਲਾਸ ਦੇ ਸੈਕਸ਼ਨ ਅਲੱਗ ਤਰੀਕੇ ਨਾਲ ਬਣੇ ਨੇ। ਜਿਨ੍ਹਾਂ ਨੇ ਬਿਜ਼ਨਸ ਐਂਡ ਕਮਰਸ ਨੂੰ ਵੋਕੇਸ਼ਨਲ ਪੜ੍ਹਨਾ, ਉਹਨਾਂ ਦਾ ਸੈਕਸ਼ਨ A ਬਣਿਆ ਹੋਏਗਾ। ਜਿਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਆਪਦੀ ਸਪੈਸ਼ਲਾਈਜੇਸ਼ਨ ਕਰਨੀ ਆ, ਉਹਨਾਂ ਦਾ ਸੈਕਸ਼ਨ B ਬਣਿਆ ਹੋਏਗਾ। ਜਿਨ੍ਹਾਂ ਨੇ ਬੈਂਕਿੰਗ ਐਂਡ ਫਾਈਨਾਂਸ ਕੰਮ ਕਰਨਾ, ਉਹਨਾਂ ਦਾ ਸੈਕਸ਼ਨ C ਬਣ ਗਿਆ। ਜਿਹੜੇ ਬੱਚੇ ਕੋਈ ਹੋਰ ਫੀਲਡ ਜਾਣਾ ਚਾਹੁੰਦੇ ਨੇ, ਇਸੇ ਤਰੀਕੇ ਨਾਲ 5-5 6-6 ਸੈਕਸ਼ਨ ਵੰਡੇ ਗਏ ਨੇ, ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ 9ਵੀਂ ਕਲਾਸ ਤੋਂ ਹੀ ਅਲੱਗ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਏਗੀ। ਅਲੱਗ ਤਰ੍ਹਾਂ ਦਾ ਵੋਕੇਸ਼ਨਲ ਜਿਹੜੀ ਸਟਰੀਮ ਆ ਡਿਵੈਲਪ ਕੀਤੀ ਜਾ ਰਹੀ ਹੈ। ਸੋ ਇਹ ਸਾਰੀਆਂ ਚੇਂਜਸ ਬੇਟਾ ਤੁਸੀਂ ਫੇਸ ਕਰਨੀਆਂ ਨੇ ਅਗਲੇ 5, 10, 15 ਸਾਲਾਂ 'ਚ। ਜਦੋਂ ਤੁਸੀਂ ਟੀਚਿੰਗ 'ਚ ਜਾਓਗੇ ਜਾਂ ਜਦੋਂ ਤੁਸੀਂ ਇੰਟਰਵਿਊ 'ਚ ਜਾਂਦੇ ਹੋ, ਇਫ ਯੂ ਆਰ ਨਾਟ ਅਵੇਅਰ ਅਬਾਊਟ ਥੀਸ ਚੇਂਜਸ, ਆਈ ਥਿੰਕ ਯੂ ਆਰ ਨਾਟ ਫਿਟ ਫਾਰ ਦੈਟ ਪਾਰਟਿਕੂਲਰ ਜੌਬ। ਅਸੀਂ ਬਹੁਤ ਕਸੂਰ ਕੱਢਦੇ ਹਾਂ, ਸਿਸਟਮ ਮਾੜਾ, ਜੌਬ ਹੈ ਨਹੀਂ, ਬੀਐਡ ਕਰਕੇ ਫਾਇਦਾ ਕੀ ਹੈ, ਬਟ ਕਦੇ ਅਸੀਂ ਆਪ ਸੈਲਫ ਐਨਾਲਿਸਿਸ ਕਰਦੇ ਹਾਂ ਕਿ ਅਸੀਂ ਕਿੱਥੇ ਸਟੈਂਡ ਕਰਦੇ ਹਾਂ। ਕੀ ਅਸੀਂ ਕੋਈ ਸਕੂਲ ਸਾਡਾ ਐਂਟਰੈਂਸ ਟੈਸਟ ਲਵੇ, ਕੀ ਸਾਡੀ ਸਬਜੈਕਟ ਤੇ ਕਮਾਂਡ ਹੈ ਕਿ ਅਸੀਂ ਉਸ ਪੇਪਰ 'ਚ ਬਹੁਤ ਵਧੀਆ ਪਰਫਾਰਮ ਕਰ ਸਕਦੇ ਹਾਂ। ਉਹ ਸਿਰਫ ਸਬਜੈਕਟ ਨੌਲੇਜ ਹੋ ਗਈ। ਕੀ ਉਸ ਤੋਂ ਬਾਅਦ ਅਸੀਂ ਡਿਸਕਸ਼ਨ ਲੈਸਨ ਦੀ ਡੈਮੋਨਸਟ੍ਰੇਸ਼ਨ ਦੇ ਸਕਦੇ ਹਾਂ? ਡੈਮੋਨਸਟ੍ਰੇਸ਼ਨ ਦੇਣ ਤੋਂ ਬਾਅਦ ਕੀ ਅਸੀਂ ਇੰਟਰਵਿਊ ਦੇ ਵਿੱਚ ਇਦਾਂ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਹਾਂ ਕਿ NEP 20 ਦੇ ਆਉਣ ਨਾਲ ਕਿਹੜੀਆਂ-ਕਿਹੜੀਆਂ ਚੇਂਜਸ ਆਉਣੀਆਂ ਨੇ, ਕਿੰਨੀਆਂ ਸਟੇਜਸ ਸਕੂਲ ਵੰਡਿਆ ਹੋਏਗਾ, ਸੈਕੰਡਰੀ ਲੈਵਲ ਤੇ ਪੜਾਉਣ ਦੇ ਤਰੀਕੇ ਕੀ ਹੋਣਗੇ, ਮਿਡਲ ਲੈਵਲ ਤੇ ਤਰੀਕੇ ਕੀ ਹੋਣਗੇ। ਬੇਟਾ ਸਾਰੀਆਂ ਚੀਜ਼ਾਂ ਦੇ ਆਨਸਰ ਅਸੀਂ ਲੱਭਣੇ ਨੇ, ਨਾ ਕਿ ਕਿਸੇ ਹੋਰ ਨੇ ਲੱਭਣੇ ਨੇ। ਸੋ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ 'ਚ ਇਨਵੋਲਵ ਨਹੀਂ ਕਰਦੇ, ਜਿੰਨਾ ਚਿਰ ਆਪਾਂ ਇਹਨਾਂ ਚੀਜ਼ਾਂ ਪ੍ਰਤੀ ਆਪਦੀ ਅਵੇਅਰਨੈਸ ਨਹੀਂ ਵਧਾਉਂਦੇ, ਉਹਨਾਂ ਚਿਰ ਆਪਾਂ ਕਿਸੇ ਨੂੰ ਕਸੂਰਵਾਰ ਨਹੀਂ ਕਹਿ ਸਕਦੇ। ਹੁਣ ਦੇਖੋ ਤੁਹਾਡਾ ਐਫੀਨੀਸ਼ਨ ਸਕੂਲ ਪ੍ਰੋਗਰਾਮ ਚੱਲ ਰਿਹਾ, ਵੀ ਆਰ ਪ੍ਰੋਵਾਈਡਿੰਗ ਦਿਸ ਪ੍ਰੋਗਰਾਮ ਇਨ ਹੌਲੀਡੇਜ਼, ਥੀਸ ਆਰ ਦਾ ਟੀਚਰਸ ਹੌਲੀਡੇਜ਼। ਸੋ ਫਿਰ ਵੀ ਉਹ ਆ ਕੇ ਤੁਹਾਡੇ ਵਾਸਤੇ ਪਲਾਨ ਕਰ ਰਹੇ ਨੇ। ਅਸੀਂ ਤੁਹਾਡੇ ਨਾਲ ਸਾਰਾ ਕੁਝ ਕਰ ਚੁੱਕੇ ਹਾਂ, ਤੁਹਾਡਾ ਆਲਰੇਡੀ ਸੈਸ਼ਨ ਪੂਰਾ ਹੋ ਚੁੱਕਿਆ। ਸਟਿਲ ਅਸੀਂ ਕੀ ਸੋਚਦੇ ਹਾਂ ਕਿ ਜਿਹੜਾ ਬੱਚਾ ਸਾਡੇ ਕਾਲਜ 'ਚ ਆਇਆ ਹੈ, ਉਹ ਕਿਸੇ ਪਾਸਿਓਂ ਕਿਸੇ ਕਮੀ ਨਾਲ ਨਾ ਜਾਵੇ। ਜਦੋਂ ਇੰਟਰਵਿਊ ਫੇਸ ਕਰਨ ਜਾਵੇ, ਹੀ ਸ਼ੁੱਡ ਬੀ ਡਿਫਰੈਂਟ ਫਰੋਮ ਦਾ ਅਦਰ ਕੈਂਡੀਡੇਟ। ਬਟ ਰਿਸਪੌਂਸ ਕੀ ਹੈ? ਰਿਸਪੌਂਸ ਬਹੁਤ ਐਨਕਰੇਜਿੰਗ ਨਹੀਂ ਹੈਗਾ, ਵਿਚ ਸ਼ੋਜ਼ ਦੈਟ ਕਿਤੇ ਨਾ ਕਿਤੇ ਸਾਨੂੰ ਆਪਣਾ ਸੈਲਫ ਐਨਾਲਿਸਿਸ ਕਰਨ ਦੀ ਵੀ ਲੋੜ ਹੈ। ਸੋ ਇਹਨੂੰ ਕਨਕਲੂਜਨ ਕਰਦੇ ਹੋਏ, ਜਿਹੜੀ ਇਹ NEP 2020 ਦੇ ਵਿੱਚ ਸਕੂਲ ਐਜੂਕੇਸ਼ਨ ਹੈ, ਇਹਨੂੰ 4 ਪਾਰਟਸ ਡਿਵਾਈਡ ਕੀਤਾ ਗਿਆ। ਪਹਿਲਾ ਪਾਰਟ 5 ਸਾਲਾਂ ਦੀ ਫਾਊਂਡੇਸ਼ਨਲ ਸਟੇਜ, ਫਿਰ 3 ਸਾਲਾਂ ਦੀ ਪ੍ਰੈਪਰੇਟਰੀ ਸਟੇਜ, ਫਿਰ 3 ਸਾਲਾਂ ਦੀ ਮਿਡਲ ਸਟੇਜ, ਫਿਰ 4 ਸਾਲਾਂ ਦੀ ਸੈਕੰਡਰੀ ਸਟੇਜ। ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਤੁਹਾਡੇ CTET, PTET ਤੇ ਨੈਟ 'ਚ ਵੀ ਮਿਲਣਗੇ। ਇਸ ਤੋਂ ਬਾਅਦ ਨੈਕਸਟ ਆ ਜਾਂਦੀ ਹੈ ਤੁਹਾਡੇ ਕੋਲੇ ਕਿ ਕੀ ਪਲਾਨ ਕੀਤਾ ਗਿਆ। ਗਵਰਨਮੈਂਟ ਚਾਹੁੰਦੀ ਹੈ ਕਿ ਸਸਟੇਨੇਬਲ ਡਿਵੈਲਪਮੈਂਟ ਦਾ ਜਿਹੜਾ ਗੋਲ ਹੈ 2030 ਦਾ, ਉਦੋਂ ਤੱਕ 100% ਗ੍ਰੋਸ ਐਨਰੋਲਮੈਂਟ ਰੇਸ਼ੋ ਹੋਵੇ ਪ੍ਰੀ ਸਕੂਲ ਦੇ ਵਿੱਚ। ਜੇ 100% ਗ੍ਰੋਸ ਐਨਰੋਲਮੈਂਟ ਅਸੀਂ ਚਾਹੁੰਦੇ ਹਾਂ ਤਾਂ ਹੋਰ ਟੀਚਰਸ ਦੀ ਲੋੜ ਪਏਗੀ, ਟੀਚਰਸ ਦੀ ਡਿਮਾਂਡ ਵਧੇਗੀ। ਲੇਕਿਨ ਜੇ ਟੀਚਰ ਦੀ ਡਿਮਾਂਡ ਵਧੇਗੀ, ਕੀ ਅਸੀਂ ਇੰਨੇ ਕੁ ਕੈਪੇਬਲ ਹੈਗੇ ਆ ਕਿ ਆਪਣੇ ਆਪ ਦਾ ਹੱਥ ਖੜਾ ਕਰ ਸਕੀਏ ਕਿ ਸਾਨੂੰ ਇਹ ਜੌਬ ਦੇ ਦਿੱਤੀ ਜਾਵੇ? ਫਿਰ ਕੀ ਹੋਏਗਾ? 2025 ਤੱਕ ਫਾਊਂਡੇਸ਼ਨਲ ਲਰਨਿੰਗ ਤੇ ਨਿਊਮਰੇਸੀ ਸਕਿੱਲਸ ਅਚੀਵ ਕਰਨ ਤੇ ਫੋਕਸ ਹੈ। ਬੋਰਡ ਐਗਜ਼ਾਮ ਨੂੰ ਬਹੁਤ ਘੱਟ ਕੀਤਾ ਜਾ ਰਿਹਾ। ਜੇ ਹੁਣ ਵੀ ਤੁਸੀਂ ਅੱਜ ਚੱਕ ਕੇ 9ਵੀਂ 10ਵੀਂ ਦੀ ਕਿਤਾਬ ਦੇਖੋਗੇ ਜਾਂ ਉਹਨਾਂ ਦੀ ਮੈਥ ਤੇ ਸਾਇੰਸ ਦੀ ਬੁੱਕ ਦੇਖੋਗੇ, ਤਾਂ ਮੈਥ ਨੂੰ ਬਹੁਤ ਸੌਖਾ ਕਰਤਾ। CBSE ਦੀਆਂ ਕਿਤਾਬਾਂ ਦੇਖੋ, ਜੇ ਤੁਸੀਂ 2 ਸਾਲ ਪੁਰਾਣੀ ਕਿਤਾਬ ਚੱਕੋਗੇ ਤਾਂ ਬਹੁਤ ਟਫ ਟੌਪਿਕਸ ਨੇ, ਲੇਕਿਨ ਇਸ ਸਾਲ ਤੋਂ 9ਵੀਂ ਤੇ 10ਵੀਂ ਦਾ ਸਿਲੇਬਸ ਬਹੁਤ ਈਜ਼ੀ ਕਰਤਾ, ਜਿਹਦੇ ਨਾਲ ਬੱਚਿਆਂ ਤੇ ਬਰਡਨ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਵੀ ਜਿਹੜੇ ਬੱਚੇ ਨੇ ਮੈਥ 'ਚ ਸਪੈਸ਼ਲਾਈਜੇਸ਼ਨ ਨਹੀਂ ਕਰਨੀ, ਸਾਇੰਸ 'ਚ ਸਪੈਸ਼ਲਾਈਜੇਸ਼ਨ ਨਹੀਂ ਕਰਨੀ ਹੈਗੀ, ਉਸ ਬੱਚੇ ਤੇ ਐਕਸਟਰਾ ਬਰਡਨ ਨਾ ਪਾਇਆ ਜਾਵੇ। ਸੋ ਦੂਜੀ ਗੱਲ ਕੀ NEP ਕਹਿੰਦੀ ਹੈ ਕਿ ਪਬਲਿਕ ਤੇ ਪ੍ਰਾਈਵੇਟ ਸਕੂਲਾਂ ਦਾ ਇੱਕੋ ਜਿਹਾ ਸਟੈਂਡਰਡ ਕਰਨਾ। ਨੋ ਡਾਊਟ ਇਹ ਬਹੁਤ ਔਖਾ ਕੰਮ ਹੈ, ਪਰ ਬੇਟਾ ਤੁਹਾਨੂੰ ਪਤਾ ਹੋਣਾ ਚਾਹੀਦਾ, ਸੈਂਟਰ ਗਵਰਨਮੈਂਟ ਨੇ ਇੱਕ ਸਕੀਮ ਲੈ ਕੇ ਆਂਦੀ ਆ, PM ਸ਼੍ਰੀ ਸਕੂਲਸ ਸਕੀਮ, ਜਿਹਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਕਰੋੜਸ ਆਫ ਰੁਪੀਸ ਸਪੈਂਡ ਕਰਕੇ ਬਹੁਤ ਵਧੀਆ ਸਕੂਲਸ ਬਣਾਏ ਜਾਣੇ ਨੇ, ਜਿਨ੍ਹਾਂ ਦੇ ਵਿੱਚ ਸਵਿਮਿੰਗ ਪੂਲ, ਜਿਨ੍ਹਾਂ ਦੇ ਵਿੱਚ ਸਾਰੇ ਇਨਫਰਾਸਟ੍ਰਕਚਰ ਦੀਆਂ ਫੈਸਿਲਿਟੀਆਂ, ਹਾਈ ਕੁਆਲਿਟੀ ਕੋਚਿੰਗਸ। ਸੋ ਗਵਰਨਮੈਂਟ ਆਪਣੇ ਵੱਲੋਂ ਸਪੈਂਡਿੰਗ ਕਰ ਰਹੀ ਹੈ। ਕਿੰਨਾ ਇੰਪੈਕਟ ਪਏਗਾ ਇਹ ਟਾਈਮ ਦੱਸੇਗਾ, ਲੇਕਿਨ ਗਵਰਨਮੈਂਟ ਦਾ ਟਾਰਗੇਟ ਕੀ ਹੈ ਕਿ ਪ੍ਰਾਈਵੇਟ ਤੇ ਪਬਲਿਕ ਸਕੂਲ ਦੋਨਾਂ 'ਚ ਇੱਕੋ ਜਿਹੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਸਕੇ।
ਫਿਰ ਇਨਕਲੂਸਿਵ ਐਂਡ ਇਕੁਇਟੇਬਲ ਐਜੂਕੇਸ਼ਨ ਤੇ ਬਹੁਤ ਫੋਕਸ ਹੈ 2000 ਇਨਕਲੂਸਿਵ ਕੀ ਹੈ ਕਿ ਜੇ ਕੋਈ ਬੱਚਾ ਆਮ ਬੱਚਿਆਂ ਦੇ ਨਾਲੋਂ ਥੋੜਾ ਜਿਹਾ ਘੱਟ ਵੀ ਪੜ੍ਹਦਾ ਜਾਂ ਥੋੜੀ ਜਿਹੀ ਕਮੀ ਹੈ, ਕੋਈ ਸਪੈਸ਼ਲ ਚਾਈਲਡ ਹੈ, ਤਾਂ ਉਹਨੂੰ ਕਿਵੇਂ ਡੀਲ ਕਰਨਾ। ਸੋ ਫॉर दैट ਪਰਪਸ ਇਨਕਲੂਸਿਵ ਐਜੂਕੇਸ਼ਨ ਤੇ ਫੋਕਸ ਕੀਤਾ ਗਿਆ। ਜਿਵੇਂ ਆਪਣੇ ਇੱਕ ਡਿਪਲੋਮਾ ਚੱਲਦਾ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਗਾਈਡੈਂਸ ਐਂਡ ਕਾਉਂਸਲਿੰਗ। ਹੁਣ ਇਹੋ ਜਿਹੇ ਡਿਪਲੋਮਾ ਦੇ ਬੇਸ ਤੇ ਜਿਹੜੇ ਕਾਉਂਸਲਰ ਬਣਨਗੇ ਬੱਚੇ, ਉਹਨਾਂ ਵਾਸਤੇ ਨਵੀਆਂ ਜੌਬ ਅਪਰਚੁਨਿਟੀਆਂ ਸਕੂਲਾਂ ਦੇ ਵਿੱਚ ਬਣਨਗੀਆਂ, ਕਿਉਂਕਿ CBSE ਨੇ ਵੀ ਆਪਣੇ ਰੂਲ 'ਚ ਕਿਹਾ ਕਿ ਹਰ ਇੱਕ ਸਕੂਲ ਦੇ ਵਿੱਚ ਇੱਕ ਕਾਉਂਸਲਰ ਹੋਣਾ ਚਾਹੀਦਾ। ਕਾਉਂਸਲਰ ਦਾ ਕੰਮ ਕੀ ਹੈ, ਕੋਈ ਸਪੈਸ਼ਲ ਨੀਡ ਦਾ ਬੱਚਾ, ਕਿਸੇ ਬੱਚੇ ਨੂੰ ਗਾਈਡੈਂਸ ਦੀ ਲੋੜ ਹੈ, ਉਹਨਾਂ ਸਾਰਿਆਂ ਨੂੰ ਇਨਕਲੂਸਿਵ এনवायरमेंट ਪ੍ਰੋਵਾਈਡ ਕਰਕੇ ਆਮ ਵਰਗੀ ਕਲਾਸ ਰੂਮ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾ ਸਕੇ। ਤੇ ਜਿਸ ਤਰ੍ਹਾਂ ਮੈਂ ਹੁਣੇ ਤੁਹਾਡੇ ਨਾਲ ਗੱਲ ਕੀਤੀ ਆ ਵੋਕੇਸ਼ਨਲ ਇੰਟੈਗ੍ਰੇਸ਼ਨ ਦੀ, 9th ਕਲਾਸ ਤੋਂ ਬਾਅਦ ਤਾਂ ਆਲਰੇਡੀ ਸਟਾਰਟ ਕਰਤਾ ਸਕੂਲਾਂ ਨੇ, CBSE ਦੇ ਸਕੂਲਾਂ ਨੇ। ਪਾਲਿਸੀ ਕਹਿੰਦੀ ਹੈ ਕਿ 6ਵੀਂ ਕਲਾਸ ਤੋਂ ਬੱਚੇ ਨੂੰ ਇੱਕ ਸਕਿੱਲ ਸਿਖਾਈ ਜਾਏਗੀ। ਮੰਨ ਲਓ ਸਕਿੱਲ ਕੀ ਹੈ, ਇਲੈਕਟ੍ਰੀਸ਼ੀਅਨ ਦੀ ਸਕਿੱਲ ਹੋ ਸਕਦੀ ਹੈ, ਪਲੰਬਰ ਦੀ ਸਕਿੱਲ ਹੋ ਸਕਦੀ ਹੈ, ਫਾਈਨ ਆਰਟ ਦੀ ਕੋਈ ਸਕਿੱਲ ਹੋ ਸਕਦੀ ਹੈ, ਬੈਂਕਿੰਗ ਸੈਕਟਰ ਦੀ ਕੋਈ ਸਕਿੱਲ ਹੋ ਸਕਦੀ ਹੈ, ਕਾਰਪੋਰੇਟ ਸੈਕਟਰ ਦੀ ਕੋਈ ਸਕਿੱਲ ਹੋ ਸਕਦੀ ਹੈ। ਸਕਿੱਲਸ ਆਇਡੈਂਟੀਫਾਈ ਕਰਕੇ ਬੱਚਿਆਂ ਨੂੰ 6ਵੀਂ ਤੋਂ ਹੀ ਸਕਿੱਲ ਓਰੀਐਂਟਡ ਐਜੂਕੇਸ਼ਨ ਦੇਣ ਵਾਸਤੇ ਫੋਕਸ ਕੀਤਾ ਗਿਆ NEP 2020 ਦੇ ਵਿੱਚ। ਅਗਲੀ ਜਿਹੜੀ ਵੱਡੀ ਚੇਂਜ ਹੈ ਉਹ ਚੇਂਜ ਹੈ ਕਿ ਅਸੈਸਮੈਂਟ ਦੇ ਰਿਫਾਰਮਸ ਕੀਤੇ ਜਾ ਰਹੇ ਨੇ। ਅਸੈਸਮੈਂਟ ਰਿਫਾਰਮਸ ਦੇ ਵਿੱਚ ਕੀ ਆ ਰਿਹਾ ਕਿ ਜਿਵੇਂ ਅੱਜ ਤੱਕ ਆਪਾਂ ਸਿੰਪਲ 5 ਜਾਂ 10 ਕੁਐਸਚਨਸ ਦੇ ਨਾਲ ਬੱਚੇ ਨੂੰ ਟੈਸਟ ਕਰਦੇ ਆ ਰਹੇ ਹਾਂ, ਉਹਦੇ ਵਿੱਚ ਮੇਜਰ ਚੇਂਜ ਲਿਆਉਣ ਲਈ ਪ੍ਰਪੋਜ਼ ਕੀਤੀ ਜਾ ਰਹੀ ਹੈ, ਜਿਹਨੂੰ ਆਉਣ ਨੂੰ ਸਾਲ 2 ਸਾਲ ਲੱਗਣਗੇ ਜ਼ਰੂਰ, but the government is decided that we will bring assessment reforms. Like if you will see in New Zealand, Canada, America, ਉੱਥੇ ਬੱਚਿਆਂ ਨੂੰ ਜੋ ਵੈਬਸਾਈਟ ਦੇ ਉੱਤੇ ਉਹਨਾਂ ਨੂੰ ਕੰਮ ਦੇ ਦਿੱਤਾ ਜਾਂਦਾ, ਉਸ ਕੰਮ ਨੂੰ ਬੱਚਿਆਂ ਨੇ ਉੱਥੇ ਕੰਪਲੀਟ ਕਰਨਾ। ਈਵਨ the students can do evaluation of each other. ਇੱਕ ਦੂਜੇ ਬੱਚੇ ਦੀ evaluation ਬੱਚੇ ਹੀ ਕਰ ਸਕਦੇ ਨੇ। ਸੋ ਜਿੰਨਾ ਟਰਾਂਸਪੇਰੈਂਟ ਸਿਸਟਮ, ਜਿੰਨਾ ਰੋਬਸਟ ਅਸੈਸਮੈਂਟ ਸਿਸਟਮ ਹੋਏਗਾ, ਉਨਾ ਉਹ ਜ਼ਿਆਦਾ ਇਫੈਕਟਿਵ ਹੋਏਗਾ। ਸੋ ਇਹ ਕੁਝ ਫੈਕਟ ਨੇ ਜਿਹੜੇ NEP 2020 ਕਰਦੀ ਹੈ ਕਿ ਡ੍ਰੌਪ ਆਊਟ ਰੇਟ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਵੀ, ਪੂਰੇ ਇੰਡੀਆ ਦੇ ਵਿੱਚ ਵੀ। ਜਿਹੜੇ 6ਵੀਂ ਤੋਂ 8ਵੀਂ ਕਲਾਸ ਦੇ ਵਿੱਚ ਨੇ, ਜੇ ਮੰਨ ਲਓ 90% ਨੇ, ਤਾਂ 9ਵੀਂ ਤੋਂ 10ਵੀਂ 'ਚ ਕਿੰਨੇ ਜਾਂਦੇ ਨੇ? ਤਕਰੀਬਨ 80%। ਤੇ 11ਵੀਂ ਤੇ 12ਵੀਂ 'ਚ ਕਿੰਨੇ ਬੱਚੇ ਜਾਂਦੇ ਨੇ? ਸਿਰਫ 56%। ਤੋਂ ਗਵਰਨਮੈਂਟ ਕੀ ਚਾਹੁੰਦੀ ਹੈ ਕਿ ਇਸ ਤਰ੍ਹਾਂ ਦੀਆਂ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾਣ ਕਿ ਮਿਨੀਮਮ ਡ੍ਰੌਪ ਰੇਟ ਹੋਵੇ, ਤਾਂ ਕਿ ਅਸੀਂ ਜਿੰਨੇ ਬੱਚੇ 6ਵੀਂ 'ਚ ਦਾਖਲ ਕੀਤੇ ਨੇ, ਉਨੇ ਬੱਚੇ ਹੀ +2 ਦੇ ਵਿੱਚ ਵੀ ਦਾਖਲ ਹੋਣ, +1 'ਚ। ਸੋ ਇਹਦੇ ਵਾਸਤੇ ਕੀ ਕੀਤਾ ਜਾਏਗਾ? ਕੇਅਰਫੁਲੀ ਸਟੂਡੈਂਟਸ ਨੂੰ ਟਰੈਕ ਕਰਨ ਦਾ ਇੱਕ ਸਿਸਟਮ ਬਣਾਇਆ ਜਾ ਰਿਹਾ। ਜਦੋਂ ਬੱਚਾ ਪਹਿਲੀ ਕਲਾਸ 'ਚ ਐਂਟਰ ਹੋ ਜਾਏਗਾ, ਪਹਿਲੀ ਕਲਾਸ ਤੋਂ ਜਿਹੜੀ ਉਹਦੀ ਇਵੈਲੂਏਸ਼ਨ ਹੋਣ ਲੱਗ ਜਾਏਗੀ। ਜਿਵੇਂ ਤੁਹਾਡੇ ਵਾਸਤੇ ਅਸੀਂ ਦੱਸਿਆ ਸੀ ਤੁਹਾਨੂੰ, ਤੁਹਾਡਾ ਇੱਕ ਬਣ ਜਾਏਗਾ ਕ੍ਰੈਡਿਟ ਬੇਸ ਸਿਸਟਮ ਬਣ ਜਾਏਗਾ। ਜਿਵੇਂ ਤੁਸੀਂ ਇੱਕ ID ਬਣਾਈ ਹੋਏਗੀ ਆਪਣੀ, ਕਾਲਜ ਵੱਲੋਂ ਤੁਹਾਡੀ ID ਬਣਵਾਈ ਗਈ ਸੀ, ਜਿਹੜੀ ID ਦੇ ਵਿੱਚ ਤੁਹਾਡੇ ਸਾਰੇ ਸਰਟੀਫਿਕੇਟ, ਤੁਹਾਡਾ ਸਾਰਾ ਅਕੈਡਮਿਕ ਰਿਕਾਰਡ ਗਵਰਨਮੈਂਟ ਪਲਾਨ ਕਰ ਰਹੀ ਹੈ। ਉਹ ID, ਉਸ ਤਰ੍ਹਾਂ ਦੀ ID ਬੱਚੇ ਦੀ ਫਸਟ ਕਲਾਸ ਤੋਂ ਬਣ ਜਾਏਗੀ। ਜਿੰਨਾ ਜਿੰਨਾ ਬੱਚਾ ਕੰਮ ਕਰਦਾ ਜਾਏਗਾ, ਓਨੇ ਉਹਦੇ ਸਕੋਰ ਉਹਦੇ ਵਿੱਚ ਐਡ ਹੁੰਦੇ ਜਾਣਗੇ। ਉਹ ਸਕੋਰ ਹੀ ਉਹਦੇ ਯੂਨੀਵਰਸਿਟੀ ਤੱਕ ਐਂਡ ਤੱਕ ਚੱਲਣਗੇ। ਸੋ ਬੱਚੇ ਦਾ ਪਹਿਲੀ ਕਲਾਸ ਤੋਂ ਲੈ ਕੇ ਯੂਨੀਵਰਸਿਟੀ ਐਜੂਕੇਸ਼ਨ ਤੱਕ ਟਰੈਕ ਸਿਸਟਮ ਸਿੰਗਲ ਟਰੈਕ ਸਿਸਟਮ ਹੋਏਗਾ। ਰੋਲ ਆਫ ਕਾਉਂਸਲਰ ਬਹੁਤ ਇੰਪੋਰਟੈਂਟ ਹੋਣ ਲੱਗਾ। ਮਲਟੀਪਲ ਪਾਥਵੇ ਦੀ ਗੱਲ ਕਰਦੀ ਹੈ ਪਾਲਿਸੀ, ਕਹਿੰਦੀ ਹੈ ਜੇ +1 +2 ਬੱਚਾ ਰੈਗੂਲਰਲੀ ਨਹੀਂ ਪੜ੍ਹ ਸਕਦਾ ਤਾਂ ਡਿਸਟੈਂਸ ਐਜੂਕੇਸ਼ਨ, ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ, ਸਟੇਟ ਇੰਸਟੀਚਿਊਟ ਆਫ ਓਪਨ ਸਕੂਲਿੰਗ, ਇਹਨਾਂ ਚੀਜ਼ਾਂ ਨੂੰ ਪ੍ਰੈਫਰੈਂਸ ਦੇਣ ਦੀ ਪਾਲਿਸੀ ਇੰਡੋਰਸ ਕਰਦੀ ਹੈ। ਜਦੋਂ ਆਪਣਾ ਟੀਚਰਸ ਨਾਲ ਸੰਬੰਧ ਹੈ, ਆਪਾਂ ਐਜ਼ ਅ ਟੀਚਰ ਸਕੂਲਾਂ ਜਾਣਾ, ਕਿਹੜੀਆਂ ਚੇਂਜਸ ਵੱਡੀਆਂ ਦੇਖਾਂਗੇ? ਸਭ ਤੋਂ ਵੱਡੀ ਚੇਂਜ ਆਏਗੀ ਤੁਹਾਡੇ ਕਰਿਕੂਲਮ ਤੇ ਪੈਡਾਗੋਜੀ ਦੇ ਵਿੱਚ। ਸਭ ਤੋਂ ਪਹਿਲੀ ਚੀਜ਼ ਕਿ ਕੋਈ ਵੀ ਸਬਜੈਕਟ ਪੜ੍ਹਾਉਣਾ ਹੋਏਗਾ, ਉਹਨੂੰ ਹੋਲਿਸਟਿਕ ਵੇ ਨਾਲ ਪੜ੍ਹਾਉਣਾ, ਨਾ ਕਿ ਉਹਨੂੰ ਅਲੱਗ-ਅਲੱਗ ਵੰਡ ਕੇ ਪੜ੍ਹਾਉਣਾ। ਹੁਣ ਕੀ ਹੈ ਕਿ ਕਈ ਵਾਰ ਅਸੀਂ ਕੀ ਕਰਦੇ ਹਾਂ, ਬੱਚੇ ਨੂੰ ਸਿਰਫ ਕ੍ਰੈਮ ਕਰਾਉਣ ਤੇ ਫੋਕਸ ਕਰਦੇ ਹਾਂ, ਬੱਚੇ ਨੂੰ ਸਿਰਫ ਯਾਦ ਕਰਾਉਣ ਤੇ ਫੋਕਸ ਕਰਦੇ ਹਾਂ। ਕਹਿੰਦੇ ਨੋ, ਲਰਨਿੰਗ ਸ਼ੁੱਡ ਬੀ ਹੋਲਿਸਟਿਕ। ਹੋਲਿਸਟਿਕ ਕੀ ਹੈ? ਕੋਗਨੀਟਿਵ, ਅਫੈਕਟਿਵ, ਸਾਈਕੋਮੋਟਰ, ਸਾਰੀ ਤਰ੍ਹਾਂ ਦੀ ਜਿਹੜੀ ਲਰਨਿੰਗ ਆ ਉਹ ਸਕੂਲ ਦਾ ਪਾਰਟ ਹੋਣੀ ਚਾਹੀਦੀ ਹੈ, ਨਾ ਕਿ ਸਿਰਫ ਓਨਲੀ ਕੋਗਨੀਟਿਵ ਡੋਮੇਨ ਦੀ ਗੱਲ ਕਰਨੀ ਹੈ। ਫਿਰ ਇੰਟੀਗ੍ਰੇਟਡ ਕੀ ਹੁੰਦੀ ਹੈ ਕਿ ਤੁਹਾਡੇ ਅਲੱਗ-ਅਲੱਗ ਸਬਜੈਕਟ ਨੇ, ਮੈਥ ਹੈ, ਸਾਇੰਸ ਹੈ, ਸੋਸ਼ਲ ਸਾਇੰਸ ਹੈ, ਪੰਜਾਬੀ ਹੈ, ਇੰਗਲਿਸ਼ ਹੈ,
ਅਸੀਂ ਇਹਨਾਂ ਨੂੰ ਅਲੱਗ-ਅਲੱਗ ਕੰਪਾਰਟਮੈਂਟ 'ਚ ਵੰਡ ਕੇ ਨਹੀਂ ਪੜ੍ਹਾਉਣਾ, ਅਸੀਂ ਇਹਨਾਂ ਨੂੰ ਕਿਵੇਂ ਪੜ੍ਹਾਉਣਾ, ਸਾਰਿਆਂ ਨੂੰ ਇੰਟੀਗ੍ਰੇਟ ਕਰਕੇ, ਸਾਰਿਆਂ ਨੂੰ ਇਕੱਠੇ ਕਰਕੇ। ਦੈਨ ਲਰਨਿੰਗ ਨੂੰ ਇੰਜੋਏਬਲ ਬਣਾਉਣਾ, ਲਰਨਿੰਗ ਨੂੰ ਇੰਗੇਜਿੰਗ ਬਣਾਉਣਾ, ਇਹ ਸਾਰੀਆਂ ਚੀਜ਼ਾਂ ਕਰਨੀਆਂ ਕਿਹਨੇ ਨੇ ਬੇਟਾ? The responsibility is on the shoulders of teachers। ਜੇ ਟੀਚਰਸ ਦੇ ਰਿਸਪੌਂਸਿਬਿਲਿਟੀ ਹੈ ਤਾਂ ਟੀਚਰਸ ਨੂੰ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਵਾਸਤੇ ਪ੍ਰਪੇਅਰ ਕਰਨਾ ਪਏਗਾ। The teacher has to be well prepared to understand the policy and then implementation of the policy। ਹੁਣ ਇਹਦੇ ਵਿੱਚ ਬੇਟਾ ਜੇ ਅਸੀਂ ਕਹੀਏ ਸਿਰਫ ਮੋਬਾਈਲ ਤੇ WhatsApp ਜਾਂ ਇੰਸਟਾ ਤੇ ਰੀਲਸ ਉਹ ਦੇਖ ਕੇ ਜਾਂ ਉਤੇ ਟਾਈਮ ਸਪੈਂਡ ਕਰਕੇ ਅਸੀਂ ਅੱਛੇ ਟੀਚਰ ਨਹੀਂ ਬਣ ਸਕਦੇ। ਸਾਨੂੰ ਸਮੇਂ ਦੇ ਨਾਲ ਚੱਲਣਾ ਪਏਗਾ। ਜਿਵੇਂ ਜਿਵੇਂ ਤਬਦੀਲੀਆਂ ਆ ਰਹੀਆਂ ਨੇ, we have to learn all these things। ਆਪਾਂ ਨੂੰ ਜੇ ਮੰਨ ਲਓ ਸਵੈਮ ਪੋਰਟਲ ਤੋਂ ਕੁਝ ਫ੍ਰੀ ਕੋਰਸ ਮਿਲ ਰਹੇ ਨੇ NEP 2020 ਬਾਰੇ ਜਾਂ ਐਕਸਪੀਰੀਐਂਸ਼ੀਅਲ ਲਰਨਿੰਗ ਬਾਰੇ ਜਾਂ ਕੋਆਪਰੇਟਿਵ ਲਰਨਿੰਗ ਬਾਰੇ, ਉਹ ਸਾਨੂੰ ਸਿੱਖਣ ਦੀ ਲੋੜ ਹੈ। ਸੋ ਜਦੋਂ ਵੀ ਅਸੀਂ ਜੇ ਚਾਹੁੰਦੇ ਹਾਂ ਕਿ ਸਾਨੂੰ ਅੱਛੀ ਸੈਲਰੀ ਮਿਲੇ, 20,000 30,000 40,000 50,000 ਸੈਲਰੀ ਚਾਹੁੰਦੇ ਆ, ਦੈਨ ਸਾਨੂੰ ਉਸ ਸੈਲਰੀ ਵਰਗਾ ਕੰਮ ਕਰਨਾ ਪਏਗਾ। We have to improve ourselves। ਜੇ ਅਸੀਂ ਕਹੀਏ ਕਿ ਸਾਰਾ ਦਿਨ ਅਸੀਂ ਰੀਲਸ ਤੇ WhatsApp ਦੇਖੀਏ ਤੇ ਬਾਕੀ ਟਾਈਮ ਸਪੈਂਡ ਕਰਦੇ ਰਹੀਏ ਅਨਯੂਜ਼ਫੁਲ ਥਿੰਗਸ ਤੇ, ਅਨਪ੍ਰੋਡਕਟਿਵ ਥਿੰਗਸ ਤੇ, ਦੈਨ ਅਸੀਂ ਬੈਠੇ ਬੈਠੇ ਸੋਚੀਏ ਮੈਨੂੰ 50,000 ਦੀ ਨੌਕਰੀ ਨਹੀਂ ਮਿਲੀ। ਬੇਟਾ ਇਸ ਤਰੀਕੇ ਨਾਲ ਕੋਈ ਸਿਸਟਮ ਨਹੀਂ ਹੁੰਦਾ। ਮੈਂ ਤੁਹਾਨੂੰ ਇੱਕ ਗਰੁੱਪ 'ਚ ਵੀ ਸ਼ੇਅਰ ਕੀਤਾ ਸੀ ਕਿ 2-3 ਸਕੂਲਸ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ, ਡਿਸਕਸ ਕੀਤਾ, ਦੇ ਆਰ ਰੈਡੀ ਟੂ ਕਮ ਟੂ ਆਰ ਕਾਲਜ। ਉਹ ਕਹਿੰਦੇ ਪਹਿਲਾਂ ਅਸੀਂ ਆਪਣਾ ਇੱਕ ਐਂਟਰੈਂਸ ਐਗਜ਼ਾਮ ਲਵਾਂਗੇ, +1 +2 ਦਾ ਸਿਲੇਬਸ ਹੋਏਗਾ। ਜਿਹੜਾ ਬੱਚਾ ਉਹ +1 +2 ਦੇ ਸਿਲੇਬਸ ਦੇ ਵਿੱਚੋਂ ਜੋ ਲਿਆ ਹੈ, ਛੋਟਾ ਜਿਹਾ ਅੱਧੇ ਘੰਟੇ ਦਾ ਟੈਸਟ ਹੋਏਗਾ, ਜਿਹੜਾ ਉਹਨੂੰ ਕੁਆਲੀਫਾਈ ਕਰੇਗਾ ਉਹਦਾ ਅਸੀਂ ਇੱਕ ਡਿਸਕਸ਼ਨ ਲੈਸਨ ਲਵਾਂਗੇ। ਡਿਸਕਸ਼ਨ ਲੈਸਨ ਤੋਂ ਬਾਅਦ ਉਹਦੀ ਇੰਟਰਵਿਊ ਲਵਾਂਗੇ। ਸਾਡੀ ਸਟਾਰਟਿੰਗ ਸੈਲਰੀ ਹੋਏਗੀ 30,000 ਰੁਪਇਆ। ਜੇ ਬੱਚਾ ਡਿਜ਼ਰਵ ਕਰਦਾ 40 ਵੀ ਦੇ ਸਕਦੇ ਆ, ਬੱਚਾ ਡਿਜ਼ਰਵ ਕਰਦਾ 50 ਵੀ ਦੇ ਸਕਦੇ ਆ। ਸਕੂਲਸ ਇਦਾਂ ਦੀਆਂ ਸੈਲਰੀਜ਼ ਆਫਰ ਕਰਦੇ ਨੇ, ਬਟ ਉਹਦੇ ਵਾਸਤੇ ਸਾਨੂੰ ਆਪਣੇ ਆਪ ਨੂੰ ਕੀ ਕਰਨਾ ਪਏਗਾ? ਪ੍ਰਪੇਅਰ ਕਰਨਾ ਪਏਗਾ। ਅਦਰਵਾਈਜ਼ ਫਿਰ ਆਪਾਂ ਸਿਸਟਮ ਨੂੰ ਹੀ ਕਹਿ ਸਕਦੇ ਆ ਕਿ B.Ed ਕਰਕੇ 5,000 ਦੀ ਨੌਕਰੀ ਮਿਲੀ ਹੈ, 6 ਦੀ ਮਿਲੀ ਹੈ, ਕਿਉਂਕਿ ਅਸੀਂ 6,000 ਜਿੰਨੀ ਮਿਹਨਤ ਕੀਤੀ ਹੈ। ਜੇ ਅਸੀਂ ਮਿਹਨਤ ਵੱਧ ਕਰਾਂਗੇ ਤਾਂ ਸਾਨੂੰ ਰਿਜ਼ਲਟ ਵੀ ਉਹਦਾ ਵੱਡਾ ਮਿਲੇਗਾ। ਸਕਿੱਲ ਬੇਸਡ ਕਰਿਕੂਲਮ ਦੀ ਗੱਲ ਹੋ ਰਹੀ ਹੈ ਨਵੀਂ ਪਾਲਿਸੀ ਦੇ ਵਿੱਚ, ਕੰਪੀਟੈਂਸ ਬੇਸਡ ਲਰਨਿੰਗ ਦੀ ਹੋ ਰਹੀ ਹੈ। ਆਰਟ ਦੇ ਜਿਨ੍ਹਾਂ ਨੂੰ ਥੋੜਾ ਜਿਹਾ ਵੀ ਸ਼ੌਂਕ ਹੈਗਾ, ਆਰਟ ਇੰਟੀਗ੍ਰੇਟਡ ਤੇ ਬਹੁਤ ਫੋਕਸ ਕਰ ਰਹੀ ਹੈ ਪਾਲਿਸੀ। ਦੈਨ ਸਪੋਰਟਸ ਬਾਰੇ, ਸਪੋਰਟਸ ਦੀ ਇੰਟੀਗ੍ਰੇਸ਼ਨ ਦੀ ਗੱਲ ਕਰਦੀ ਹੈ। ਨੋ ਰਿਜਿਡ ਸੈਪਰੇਸ਼ਨ, ਜਿਵੇਂ ਮੈਂ ਪਹਿਲਾਂ ਕਿਹਾ ਮੈਥ ਸਾਇੰਸ ਅਲੱਗ-ਅਲੱਗ ਸਬਜੈਕਟ ਨੂੰ ਵੰਡ ਕੇ ਨਹੀਂ ਪੜਾਉਣਾ। ਜਦੋਂ ਕੋਈ ਐਗਜ਼ਾਮਪਲ ਦਿੰਨੇ ਆ, ਜਦੋਂ ਕੋਈ ਆਪਾਂ ਕੋਈ ਕੰਟੈਕਸਟ ਦੇ ਵਿੱਚ ਕੋਈ ਚੀਜ਼ ਪੜਾਉਨੇ ਆ, ਉਹ 'ਚ ਮੈਥ ਵੀ ਆ ਸਕਦਾ, ਸਾਇੰਸ ਵੀ ਆ ਸਕਦੀ ਹੈ, ਸੋਸ਼ਲ ਸਾਇੰਸ ਵੀ ਆ ਸਕਦੀ ਹੈ। ਅਸੈਸਮੈਂਟ ਟੂਲਸ ਤੇ ਬਹੁਤ ਕੰਮ ਹੋ ਰਿਹਾ। ਇੱਕ ਅਗਲੀ ਰਿਕਮੈਂਡੇਸ਼ਨ ਹੈ ਜਿਹੜੀ ਮੈਂ ਤੁਹਾਡੇ ਨਾਲ ਆਲਰੇਡੀ ਸ਼ੇਅਰ ਕੀਤੀ ਹੈ ਕਿ ਕਰਿਕੂਲਮ ਪਹਿਲਾਂ ਨਾਲੋਂ ਘਟਾਇਆ ਜਾਵੇ। ਕਰਿਕੂਲਮ ਪਹਿਲਾਂ ਨਾਲੋਂ ਕਿਵੇਂ ਘਟਾਇਆ ਜਾਵੇ? ਰਿਡਕਸ਼ਨ ਇਨ ਕਰਿਕੂਲਮ। 9ਵੀਂ 10ਵੀਂ ਦਾ ਤੁਸੀਂ ਮੈਥ ਦੀ ਬੁੱਕ ਚੱਕ ਕੇ ਦੇਖੋ, ਆਲਰੇਡੀ ਕਰਿਕੂਲਮ ਘਟਾਤਾ CBSE ਨੇ। ਫਿਰ ਕ੍ਰਿਟੀਕਲ ਥਿੰਕਿੰਗ ਤੇ ਫੋਕਸ ਕੀਤਾ ਜਾਵੇ। ਕੋਈ ਕ੍ਰਿਟੀਕਲ ਥਿੰਕਿੰਗ ਦਾ ਕੋਰਸ ਮਿਲਦਾ ਤੁਹਾਨੂੰ ਫ੍ਰੀ ਆਫ ਕਾਸਟ, ਉਹ ਇਗਨੋ ਤੇ ਵੀ ਹੋ ਸਕਦਾ, ਉਹ ਸਵੈਮ ਤੇ ਵੀ ਹੋ ਸਕਦਾ, ਉਹ ਕੋਰਸੇਰਾ ਤੇ ਵੀ ਹੋ ਸਕਦਾ, ਉਹ ਕਿਸੇ ਹੋਰ ਪਲੇਟਫਾਰਮ ਤੇ ਹੋ ਸਕਦਾ। ਤੁਸੀਂ ਫ੍ਰੀ ਹੋਣ ਮੰਨ ਲਓ ਕੁਝ ਸਮੇਂ ਲਈ 1 ਘੰਟਾ ਡੇਲੀ ਉਹ ਕੋਰਸ ਤੇ ਲਗਾ ਲਓ, ਆਪਣੀਆਂ ਸਕਿੱਲਸ ਨੂੰ ਇਨਹਾਂਸ ਕਰ ਲਓ। ਤੁਹਾਨੂੰ ਪਤਾ ਹੋਵੇ ਕ੍ਰਿਟੀਕਲ ਥਿੰਕਿੰਗ ਕੀ ਆ, ਬੱਚਿਆਂ 'ਚ ਕਿਵੇਂ ਡਿਵੈਲਪ ਕਰਨੀ ਆ, ਕੀ ਇਹਦੇ ਐਸਪੈਕਟ ਹੁੰਦੇ ਨੇ। ਫਿਰ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਿੱਖ ਕੇ ਜਾਓਗੇ ਬੇਟਾ, ਕਿਸੇ ਵੀ ਇੰਟਰਵਿਊ 'ਚ ਤੁਹਾਡਾ ਪ੍ਰਭਾਵ ਵੱਖਰਾ ਹੋਏਗਾ। ਜਦੋਂ ਐਜ਼ ਅ ਟੀਚਰ ਜਾਓਗੇ ਤੁਹਾਡੀ ਬੱਚਿਆਂ 'ਚ ਪਹਿਚਾਣ ਬਿਲਕੁਲ ਵੱਖਰੀ ਹੋਏਗੀ, ਇਫ ਯੂ ਵਿਲ ਬੀ ਏਬਲ ਟੂ ਅੰਡਰਸਟੈਂਡ ਆਲ ਥੀਸ ਥਿੰਗਸ। ਹੁਣ ਐਕਸਪੀਰੀਐਂਸ਼ੀਅਲ ਲਰਨਿੰਗ ਕੀ ਹੈ, ਇਹਨੂੰ ਕਿਵੇਂ ਕ੍ਰੀਏਟ ਕਰਨਾ, ਜੇ ਸੋਲਰ ਸਿਸਟਮ ਦਾ ਟੌਪਿਕ ਪੜਾਉਣਾ ਹੋਵੇ ਉਹਨੂੰ ਐਕਸਪੀਰੀਐਂਸ਼ੀਅਲ ਲਰਨਿੰਗ ਨਾਲ ਕਿਵੇਂ ਪੜ੍ਹਾ ਸਕਦੇ ਆ, ਜੇ ਡੈਮੋਕ੍ਰੇਸੀ ਪੜਾਉਣੀ ਹੋਵੇ ਉਹਨੂੰ ਐਕਸਪੀਰੀਐਂਸ਼ੀਅਲ ਲਰਨਿੰਗ ਨਾਲ ਕਿਵੇਂ ਪੜ੍ਹਾ ਸਕਦੇ ਆ। ਜੇ ਤੁਸੀਂ ਇਹ ਸਾਰਿਆਂ ਦੇ ਵੇਜ਼ ਐਂਡ ਮੀਨਸ ਲੱਭਣੇ ਨੇ ਬੇਟਾ, ਯੂ ਹੈਵ ਟੂ ਸਪੈਂਡ ਸਮ ਟਾਈਮ ਔਨ ਐਕਸਪੀਰੀਐਂਸ਼ੀਅਲ ਲਰਨਿੰਗ। ਇਹ ਚੀਜ਼ਾਂ ਡਾਇਰੈਕਟਲੀ ਤੁਹਾਡੇ ਸਿਲੇਬਸ 'ਚ ਨਹੀਂ ਨੇ, ਲੇਕਿਨ ਇਹਨਾਂ ਚੀਜ਼ਾਂ ਤੋਂ ਬਿਨਾਂ ਤੁਹਾਡਾ ਅਗਲੇ 5-10 ਸਾਲ ਗੁਜ਼ਾਰਾ ਨਹੀਂ ਹੋਏਗਾ। ਯੂ ਵਿਲ ਬੀ not able to survive without the understanding of these basic changes proposed in the NEP 2020। ਸੋ ਜਬ ਜਾਗੋ ਤਬ ਸਵੇਰਾ। ਜਿੰਨੇ ਬੱਚੇ ਜੁਆਇਨ ਕਰਦੇ ਨੇ ਮੈਂ ਤਾਂ ਉਹਨਾਂ ਨੂੰ ਕੰਗ੍ਰੈਚੁਲੇਟ ਕਰਦਾ ਕਿ ਉਹ ਸ਼ਾਇਦ ਜ਼ਿਆਦਾ ਆਪਣੇ ਫਿਊਚਰ ਪ੍ਰਤੀ ਚਿੰਤਤ ਨੇ ਜਾਂ ਉਹ ਆਪਣੇ ਫਿਊਚਰ ਪ੍ਰਤੀ ਜ਼ਿਆਦਾ ਸੀਰੀਅਸ ਨੇ। ਅਦਰਵਾਈਜ਼ ਜਿਹੜੇ ਫ੍ਰੀ ਦਾ ਸੈਸ਼ਨ ਵੀ ਜੁਆਇਨ ਕਰਨ ਦੇ ਵਿੱਚ ਦਿੱਕਤ ਮਹਿਸੂਸ ਕਰਦੇ ਆ, ਪ੍ਰੋਬਲਮ ਮਹਿਸੂਸ ਕਰਦੇ ਆ,
ਉਹਨਾਂ ਵਾਸਤੇ ਆਪਾਂ ਇਹੀ ਦੁਆ ਕਰ ਸਕਦੇ ਹਾਂ, ਉਹਨਾਂ ਵਾਸਤੇ ਅਰਦਾਸ ਕਰ ਸਕਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਵੀ ਸਮਤ ਬਖਸ਼ੇ ਸੋ ਦੈਟ ਦੇ ਕੈਨ ਆਲਸੋ ਬਿਕਮ ਅ ਵੈਰੀ ਗੁੱਡ ਟੀਚਰਸ। ਕਿਸੇ ਦੀ ਪ੍ਰੋਬਲਮ ਹੋ ਸਕਦੀ ਹੈ 1 ਦਿਨ ਦੀ 2 ਦਿਨ ਦੀ, ਬਟ ਜੋ ਕੰਟੀਨਿਊਸਲੀ ਐਬਸੈਂਟ ਹੋ ਰਿਹਾ ਇਟ ਮੀਨਸ ਹੀ ਔਰ ਦੋ ਵੇਜ਼ ਹੋ ਸਕਦੇ ਨੇ, ਜਾਂ ਤਾਂ ਉਹਨੂੰ ਸਾਰਾ ਕੁਝ ਪਤਾ, ਉਹਨੂੰ ਇਹਨਾਂ ਚੀਜ਼ਾਂ ਤੋਂ ਸਿੱਖਣ ਦੀ ਕੋਈ ਲੋੜ ਨਹੀਂ, ਹੀ ਇਜ਼ ਪਰਫੈਕਟ ਐਂਡ ਹੀ ਇਜ਼ ਵੈਰੀ ਮਚ ਕੌਨਫੀਡੈਂਟ ਕਿ ਆਈ ਕੈਨ ਕਰੈਕ ਐਨੀ ਇੰਟਰਵਿਊ, ਆਈ ਐਮ ਆਲਰੇਡੀ ਅ ਵੈਰੀ ਗੁੱਡ ਟੀਚਰ। ਪਰ ਮੈਂ ਇਹਦੇ ਨਾਲ ਦੱਸਾਂ ਕਿ ਕਦੇ ਵੀ ਜਦੋਂ ਟੀਚਰ ਦੇ ਮਨ 'ਚ ਖਿਆਲ ਆ ਜਾਂਦਾ ਕਿ ਮੈਂ ਪਰਫੈਕਟ ਹੈ, ਕਦੇ ਵੀ ਟੀਚਰ ਇਹ ਸੋਚਣਾ ਸ਼ੁਰੂ ਕਰ ਦਿੰਦਾ ਕਿ ਮੈਂ ਸਭ ਕੁਝ ਸਿੱਖ ਲਿਆ, ਤਾਂ ਇੱਥੋਂ ਹੀ ਉਸ ਟੀਚਰ ਦਾ ਡਾਊਨਫਾਲ ਸਟਾਰਟ ਹੁੰਦਾ। ਅ ਟੀਚਰ ਆਲਵੇਜ਼ ਲਰਨ ਸਮਥਿੰਗ ਨਿਊ। ਈਵਨ ਅਸੀਂ ਡੈਥ ਬੈੱਡ ਤੇ ਪਏ ਹੋਏ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਸੋ ਜਿਹਨੇ ਉਹ ਲਰਨਿੰਗ ਦੀ ਡਿਜ਼ਾਇਰ ਖਤਮ ਕਰ ਲਈ, ਜਿਹਨੇ ਉਹ ਲਰਨਿੰਗ ਦੀ ਭੁੱਖ ਖਤਮ ਕਰ ਲਈ, ਉੱਥੋਂ ਹੀ ਉਸ ਬੰਦੇ ਦਾ ਡਾਊਨਫਾਲ ਸ਼ੁਰੂ ਹੋ ਜਾਂਦਾ। ਸੋ ਆਈ ਵਿਸ਼ ਕਿ ਤੁਹਾਡੀ ਉਹ ਲਰਨਿੰਗ ਦੀ ਡਿਜ਼ਾਇਰ, ਲਰਨਿੰਗ ਦੀ ਜਿਹੜੀ ਜੀਲ ਹੈ ਉਹ ਹਮੇਸ਼ਾ ਬਣੀ ਰਹੇ, ਚਾਹੇ ਅੱਜ ਹੈ, ਚਾਹੇ 5 ਸਾਲਾਂ ਬਾਅਦ, ਚਾਹੇ 10 ਸਾਲਾਂ ਬਾਅਦ। ਜਦੋਂ ਕੋਈ ਚੀਜ਼ ਨਵੀਂ ਆਉਂਦੀ ਆ, ਜਦੋਂ ਕੋਈ ਪਾਲਿਸੀ ਨਵੀਂ ਆਉਂਦੀ ਆ, ਜਦੋਂ ਕੋਈ ਡਾਕੂਮੈਂਟ ਨਵਾਂ ਆਉਂਦਾ, ਟਰਾਈ ਟੂ ਅੰਡਰਸਟੈਂਡ ਇਟ, ਟਰਾਈ ਟੂ ਐਨਾਲਾਈਜ਼ ਇਟ। ਨਿਊਜ਼ਪੇਪਰ ਚੋਂ ਪੜ੍ਹ ਕੇ ਦੇਖੋ, ਕਿਸੇ ਰਿਸਰਚ ਪੇਪਰ ਚੋਂ ਪੜ੍ਹ ਕੇ ਦੇਖੋ, ਕੋਈ ਗੂਗਲ ਤੇ ਆਰਟੀਕਲ ਪੜ੍ਹ ਕੇ ਦੇਖੋ, ਉਹਦੇ ਨਾਲ ਤੁਹਾਡੀ ਕੀ ਵਧੇਗੀ? ਉਹਦੀ ਅੰਡਰਸਟੈਂਡਿੰਗ ਵਧੇਗੀ। ਫਿਰ ਜਦੋਂ ਤੁਸੀਂ ਉਸ ਮੁੱਦੇ ਤੇ ਕਿਸੇ ਨਾਲ ਗੱਲਬਾਤ ਕਰੋਗੇ, ਚਾਹੇ ਆਪਣੇ ਕੋਲੀਗਸ ਨਾਲ, ਸੀਨੀਅਰਸ ਨਾਲ, ਸਟੂਡੈਂਟਸ ਨਾਲ, ਤੁਹਾਡੀ ਆਪਣੀ ਪਹਿਚਾਣ ਵੱਖਰੀ ਹੋਏਗੀ, ਤੁਹਾਡੇ ਕੋਲੇ ਆਪਣਾ ਲੌਜਿਕ ਵੱਖਰਾ ਹੋਏਗਾ, ਉਹਦੇ ਨਾਲ ਤੁਹਾਡੀ ਰਿਸਪੈਕਟ ਵੀ ਵਧੇਗੀ ਤੇ ਉਹਦੇ ਨਾਲ ਤੁਸੀਂ ਇੱਕ ਅੱਛੇ ਟੀਚਰ ਵੀ ਬਣੋਗੇ। ਇਹ ਸਾਰੀਆਂ ਚੀਜ਼ਾਂ ਪਾਲਿਸੀ 'ਚ ਪ੍ਰਪੋਜ਼ ਕੀਤੀਆਂ ਗਈਆਂ ਨੇ, ਜਿਹੜੀਆਂ ਨੂੰ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ। ਮਲਟੀਲਿੰਗੁਅਲ ਟੀਚਿੰਗ ਦੀ ਗੱਲ ਕੀਤੀ ਗਈ ਹੈ ਪਾਲਿਸੀ ਦੇ ਵਿੱਚ। ਇਹ ਦੇਖੋ, ਇਹ ਕ੍ਰੈਡਿਟ ਫਰੇਮਵਰਕ ਜਿਹਦੀ ਮੈਂ ਤੁਹਾਡੇ ਨਾਲ ਹੁਣੇ ਗੱਲ ਕਰ ਰਿਹਾ ਸੀ ਕਿ ਹੁਣ ਤੱਕ ਕੀ ਹੁੰਦਾ ਕਿ ਪਤਾ ਨਹੀਂ ਅਸੀਂ ਕਿਸ ਲੈਵਲ ਤੇ ਕੀ ਕੰਮ ਕਰ ਰਹੇ ਹਾਂ। ਇੱਕ ਕ੍ਰੈਡਿਟ ਫਰੇਮਵਰਕ ਬਣਾਇਆ ਗਿਆ ਜਿਹੜਾ ਪੂਰੇ ਇੰਡੀਆ 'ਚ ਲਾਗੂ ਹੋਏਗਾ, ਚਾਹੇ ਬੱਚਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ ਆ, ਚਾਹੇ CBSE 'ਚ ਆ, ਚਾਹੇ ਬੱਚਾ PSEB 'ਚ ਆ, ਇਹ ਸਾਰਿਆਂ ਤੇ ਸੇਮ ਅਪਲਾਈ ਹੋਏਗਾ। ਤੁਹਾਨੂੰ ਇੱਕ ID ਮਿਲ ਜਾਏਗੀ, ਉਹ ID ਦੇ ਵਿੱਚ ਤੁਹਾਡੇ ਸਕੋਰ ਜਾਣਗੇ। ਸਕੋਰਸ ਕਿੱਥੋਂ ਸ਼ੁਰੂ ਹੋਣਗੇ? ਸਾਰਾ ਬੇਟਾ ਇਹ ਕਿਹੜੀ ਹੈ? ਪ੍ਰੀ ਸਕੂਲ। ਇਹ ਕਿਹੜਾ? ਪਹਿਲੀ ਤੋਂ 5ਵੀਂ ਤੱਕ। ਇਹ ਕਿਹੜਾ? 6th to 8th। ਕਰਸਰ ਮੂਵ ਹੋ ਰਿਹਾ ਬੇਟੇ? This is 9th to 10th। Yes, sir. This is +1 to +2। ਹਰ ਇੱਕ ਲੈਵਲ ਦੇ ਉੱਤੇ ਤੁਹਾਡੀ 3 ਆਸਪੈਕਟ ਤੋਂ ਇਵੈਲੂਏਸ਼ਨ ਹੋਏਗੀ। ਪਹਿਲਾ ਕੀ ਹੈ? ਅਕੈਡਮਿਕ ਐਕਸੈਸ, ਤੁਸੀਂ ਕਿੰਨਾ ਪੜ੍ਹ ਗਏ ਹੋ। 5ਵੀਂ 5th ਦਾ ਐਕਸਪੀਰੀਅੰਸ ਰੀਡ ਐਂਡ ਰਾਈਟ, 5th 8th 10th, 8th 10th 12th ਡਿਪਲੋਮਾ ਅੰਡਰ ਗ੍ਰੈਜੂਏਟ। ਇੱਕ ਤੁਹਾਡੀ ਇਵੈਲੂਏਸ਼ਨ ਹੋਏਗੀ ਅਕੈਡਮਿਕ ਲੈਵਲ ਤੇ, ਦੂਸਰੀ ਇਵੈਲੂਏਸ਼ਨ ਹੋਏਗੀ ਤੁਹਾਡੀ ਸਕਿੱਲ ਲੈਵਲ ਤੇ, ਤੀਸਰੀ ਇਵੈਲੂਏਸ਼ਨ ਹੋਏਗੀ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਉੱਤੇ ਕਿ ਕਿੰਨੀ ਤੁਹਾਨੂੰ ਕੋਈ ਐਕਸਪੀਰੀਐਂਸ਼ੀਅਲ ਲਰਨਿੰਗ ਕਿੰਨੀ ਹੋਈ ਹੈ। 3 ਆਸਪੈਕਟ ਤੇ ਤੁਹਾਡੀ ਅਸੈਸਮੈਂਟ, ਤੁਹਾਡਾ ਟਰੈਕ ਕਿੱਥੋਂ ਸ਼ੁਰੂ ਹੋ ਜਾਏਗਾ? ਪ੍ਰੀ ਐਜੂਕੇਸ਼ਨ ਤੋਂ। ਕਦੋਂ ਤੱਕ ਜਾਏਗਾ? PhD ਲੈਵਲ ਤੱਕ। ਹੁਣ ਆਪਾਂ ਕੀ ਕਹਾਂਗੇ? ਜੇ ਕੋਈ ਬੰਦਾ 6 ਲੈਵਲ ਤੇ ਹੈ ਅਕੈਡਮਿਕ ਦੇ, 6 ਲੈਵਲ ਮੀਨਸ ਉਹਨੇ ਕੀ ਕੀਤੀ ਹੋਈ ਆ? ਅੰਡਰ ਗ੍ਰੈਜੂਏਟ 4 ਸਾਲਾਂ ਦੀ, ਤੇ ਜਾਂ ਪੋਸਟ ਗ੍ਰੈਜੂਏਟ 1 ਸਾਲ ਦੀ, 1 ਸਾਲ ਦੀ ਕੀਤੀ ਹੋਈ ਹੈ। ਜੇ ਆਪਾਂ ਕਹਿੰਦੇ ਆ ਕਿ ਸੰਦੀਪ ਸਿੰਘ ਦਾ ਅਕੈਡਮਿਕ ਐਕਸੈਸ ਦੇ ਉੱਤੇ ਸਕੋਰ ਹੈਗਾ 4, ਤਾਂ 4 ਦਾ ਮੀਨਿੰਗ ਕੀ ਹੈ? ਕਿ ਉਹਨੇ 11ਵੀਂ ਤੇ 12ਵੀਂ ਕਰ ਲਈ ਹੈ। ਸੋ ਪੂਰੇ ਇੰਡੀਆ 'ਚ ਸਿਸਟਮ ਸੇਮ ਹੋਏਗਾ। ਇਸੇ ਤਰੀਕੇ ਨਾਲ ਸਕਿੱਲ ਲੈਵਲ ਤੇ, ਜਦੋਂ ਕੋਈ ਸਕਿੱਲ ਲੈਵਲ ਤੇ ਕਿਸੇ ਨੂੰ ਆਪਾਂ 4 ਕਹਾਂਗੇ ਤਾਂ ਉਹਦਾ ਅਲੱਗ ਇੰਟਰਪ੍ਰੀਟੇਸ਼ਨ ਹੋਏਗੀ, 5 ਕਹਾਂਗੇ ਅਲੱਗ ਹੋਏਗੀ। ਮੈਕਸਿਮਮ ਕਿਸੇ ਲੈਵਲ ਤੱਕ ਜਾ ਸਕਦੀ ਆ 8 ਨੰਬਰ ਤੱਕ। ਮੈਕਸਿਮਮ ਲੈਵਲ ਕੀ ਹੈ? 8 ਹੈ। ਮਿਨੀਮਮ ਲੈਵਲ ਕੀ ਹੈ? 0 ਹੈ। ਸੋ 8 ਪੁਆਇੰਟ ਸਕੇਲ ਦੇ ਵਿੱਚ ਤੁਹਾਡਾ ਅਕੈਡਮਿਕ ਸਕੋਰ, ਤੁਹਾਡਾ ਸਕਿੱਲ ਸਕੋਰ, ਤੁਹਾਡਾ ਐਕਸਪੀਰੀਐਂਸ਼ੀਅਲ ਲਰਨਿੰਗ, ਤਿੰਨੋਂ ਚੀਜ਼ਾਂ ਤੁਹਾਡੇ ਪੋਰਟਲ ਦੇ ਵਿੱਚ ਆਉਣਗੀਆਂ ਬੇਟਾ। ਜਿਹੜਾ ਪੋਰਟਲ ਤੁਹਾਡਾ, ਜਿਹੜੀ ID ਤੁਹਾਨੂੰ ਬਣ ਕੇ ਆ ਰਹੀ ਹੈ, ਜਿਹਦੇ ਵਾਸਤੇ ਕਾਲਜਸ ਤੁਹਾਡੀ ਰਜਿਸਟ੍ਰੇਸ਼ਨ ਕਰਵਾ ਰਹੇ ਨੇ, ਉਸੇ ID ਦੇ ਵਿੱਚ, ਉਸੇ ਡਿਜੀ ਲੋਕਰ ਦੇ ਵਿੱਚ ਤੁਹਾਡਾ ਪਹਿਲੀ ਤੋਂ ਲੈ ਕੇ ਜਿਹੜੇ ਬੱਚੇ ਹੁਣ ਆਉਣਗੇ 23-24 ਤੋਂ ਬਾਅਦ, ਉਹਨਾਂ ਦਾ PhD ਤੱਕ ਦਾ ਰਿਕਾਰਡ ਸਾਰਾ, ਜਿਵੇਂ ਸਕੂਲ ਚੋਂ ਪੜ੍ਹਨਗੇ ਟੀਚਰ ਅਸੈਸਮੈਂਟ ਕਰਿਆ ਕਰਨਗੇ, ਆਟੋਮੈਟਿਕਲੀ ਅਸੈਸਮੈਂਟ ਕਿੱਥੇ ਚਲੇ ਜਾਏਗੀ? ਉਹਦੇ
ਕ੍ਰੈਡਿਟ ਚਲੇ ਗਏ। ਉਹ ਕ੍ਰੈਡਿਟ ਸਕੋਰ ਕਿਵੇਂ ਜੁੜਦੇ ਜਾਣਗੇ? 1 2 3 4 5 6 7 8 this is the major change in the school education and college education in the coming years। ਇਹ ਕੁਝ ਚੀਜ਼ਾਂ ਨੇ ਜਿਨ੍ਹਾਂ ਤੇ ਪਾਲਿਸੀ ਫੋਕਸ ਕਰਦੀ ਹੈ ਕਿ ਆਉਣ ਵਾਲੇ ਟਾਈਮ 'ਚ ਤੁਹਾਨੂੰ ਟੈਕਨੀਕਲ ਕੰਪਿਊਟਰ ਦੀ ਨੌਲੇਜ ਮੰਗ ਰਹੀ ਹੈ, ਆਨਲਾਈਨ ਟੀਚਿੰਗ ਤੁਹਾਡੇ ਤੋਂ ਡਿਮਾਂਡ ਕਰਦੀ ਹੈ, ਕਲਾਸਰੂਮ ਪ੍ਰੋਜੈਕਟ ਅਸਾਈਨਮੈਂਟ ਤੁਹਾਡੇ ਤੋਂ ਡਿਮਾਂਡ ਕਰਦੀ ਹੈ, ਨਵੀਆਂ ਤਰ੍ਹਾਂ ਦੀਆਂ ਕੁਇਜ਼ਸ ਬਣਾਉਣੀਆਂ, ਬੱਚਿਆਂ ਦੀ ਕੰਟੀਨਿਊਸ ਇਵੈਲੂਏਸ਼ਨ ਕਰਨੀ। ਹਰ ਇੱਕ ਲਰਨਿੰਗ ਦੀ ਐਕਟੀਵਿਟੀ ਨੂੰ ਕ੍ਰੈਡਿਟ ਦੇ ਵਿੱਚ ਮੈਜ਼ਰ ਕੀਤਾ ਜਾਏਗਾ। ਮੰਨ ਲਓ ਤੁਸੀਂ ਕਿਸੇ ਬੱਚੇ ਨੂੰ ਅਸਾਈਨਮੈਂਟ ਬਣਾਉਣ ਲਈ 2 ਘੰਟੇ ਦਾ ਟਾਈਮ ਦਿੱਤਾ, ਤਾਂ 2 ਘੰਟੇ ਦੇ ਸਮੇਂ ਨੂੰ ਕਾਹਦੇ 'ਚ ਕਾਊਂਟ ਕੀਤਾ ਜਾਏਗਾ? ਕ੍ਰੈਡਿਟ ਦੇ ਵਿੱਚ। ਜਦੋਂ ਇੱਕ ਨੰਬਰ ਆਫ ਕ੍ਰੈਡਿਟ ਪੂਰੇ ਹੋ ਜਾ ਕਰਨਗੇ ਤਾਂ ਬੱਚਾ ਉਸ ਕਲਾਸ ਦੇ ਓਨੇ ਪਾਰਟ ਨੂੰ ਪੂਰਾ ਕਰ ਲੇਗਾ। ਮੰਨ ਲਓ ਤੁਹਾਡੀ ਬੀਐਡ ਦੇ ਕ੍ਰੈਡਿਟ ਹੋਣ 36 ਜਾਂ 48, ਮੰਨ ਲਿਆ ਆਪਾਂ ਫਾਰ ਐਗਜ਼ਾਮਪਲ ਲੈਂਦੇ ਆ ਕਿ 48 ਕ੍ਰੈਡਿਟ ਦੀ ਤੁਹਾਡੀ ਬੀਐਡ ਬਣਾਈ ਹੈ, ਤਾਂ 48 ਮੀਨਸ 2 ਸਾਲਾਂ 'ਚ ਕਿੰਨੇ ਵੰਡੇ ਗਏ? 24 ਪਹਿਲੇ ਸਾਲ ਦੇ, 24 ਦੂਜੇ ਸਾਲ ਦੇ। ਹੁਣ ਉਹ 24 ਕ੍ਰੈਡਿਟ ਫਰਦਰ ਵੰਡੇ ਹੋਏ ਨੇ, ਪੇਪਰ 1 2 3, ਇਹ ਕੰਮ ਹੈ, ਉਹ ਕੰਮ ਹੈ। ਜਿਵੇਂ ਜਿਵੇਂ ਉਹ ਕੰਮ ਪੂਰਾ ਹੁੰਦਾ ਜਾਏਗਾ ਉਵੇਂ ਉਵੇਂ ਕ੍ਰੈਡਿਟ ਤੁਹਾਡੇ ਅਕਾਊਂਟ 'ਚ ਆਉਂਦੇ ਜਾਣਗੇ। ਜਦੋਂ ਤੁਹਾਡੇ ਕੋਲੇ 48 ਕ੍ਰੈਡਿਟ ਪੂਰੇ ਹੋ ਗਏ ਤਾਂ ਤੁਹਾਨੂੰ ਕੀ ਦੇਤੀ ਜਾਏਗੀ? ਡਿਗਰੀ ਦੇਤੀ ਜਾਏਗੀ। ਉਹ ਸਬਜੈਕਟ ਬੱਚਾ ਤੁਹਾਡੇ ਕੋਲੋਂ ਵੀ ਪੜ੍ਹ ਸਕਦਾ। ਜੇ ਬੱਚੇ ਨੂੰ ਲੱਗਦਾ ਕਿ ਪ੍ਰਗਟ ਸਿੰਘ ਸਰ ਦੀ ਕਲਾਸ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦਾ ਹੈਗਾ, ਉਹ ਇੱਕ ਟੌਪਿਕ ਬੱਚਾ ਆਨਲਾਈਨ ਤੋਂ ਵੀ ਪੂਰਾ ਕਰ ਸਕਦਾ, ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਸੋ ਇਸ ਤਰ੍ਹਾਂ ਦੀ ਫ੍ਰੀडम ਬੱਚੇ ਕੋਲੇ ਆ ਰਹੀ ਹੈ। ਉਹਦੇ ਵਾਸਤੇ ਜੇ ਤੁਸੀਂ ਆਪਣੇ ਲੈਸਨ ਰਿਕਾਰਡ ਕਰਨਾ ਸਿੱਖ ਲੈਂਦੇ ਹੋ, ਡਿਜੀਟਲਾਈਜ਼ ਕਰਨਾ ਸਿੱਖ ਲੈਂਦੇ ਹੋ, ਉਹ ਵੀ ਤੁਹਾਡੇ ਵਾਸਤੇ ਕਾਫੀ ਹੈਲਪਫੁਲ ਹੋ ਸਕਦਾ। ਇਹ ਉਹੀ ਗੱਲਾਂ ਨੇ ਜਿਹਨਾਂ ਨੂੰ ਆਪਾਂ ਪਹਿਲਾਂ ਆਲਰੇਡੀ ਕਵਰ ਕੀਤਾ। ਇੱਕ ਪ੍ਰਪੋਜ਼ ਕੀਤਾ ਗਿਆ ਸਕੂਲ ਦੇ ਵਿੱਚ ਇੱਕ ਦਿਨ ਬੈਗਲੈਸ ਡੇਜ਼ ਵੀ ਹੋਇਆ ਕਰੇਗਾ, ਜਿਹਦੇ ਅਕੈਡਮਿਕ ਕੈਲੰਡਰ 'ਚ ਪ੍ਰੋਵੀਜ਼ਨ ਕੀਤੀ ਜਾਏਗੀ। ਸਾਰੀ ਐਕਸਪੀਰੀਐਂਸ਼ੀਅਲ ਲਰਨਿੰਗ ਦੀ ਗੱਲ ਹੋਏਗੀ। ਇਹ ਕੁਝ ਚੀਜ਼ਾਂ ਨੇ ਬੇਟੇ। ਲਾਸਟ ਸਲਾਈਡ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਆ। ਮੈਂ ਨੈਕਸਟ 5-7 ਮਿੰਟ ਹੀ ਲਵਾਂਗਾ ਤੁਹਾਡੇ। ਕਿ ਜਿਹੜਾ ਈਅਰ 2019 ਹੈ ਉਹਨੂੰ ਆਪਾਂ ਕਹਿੰਦੇ ਆ ਅਨਐਕਸਪਲੋਰਡ ਈਅਰ, ਕਿਉਂਕਿ ਕੋਵਿਡ ਤੋਂ ਪਹਿਲਾਂ ਦਾ ਸਾਲ ਸੀ। ਬਹੁਤ ਸਾਰੀਆਂ ਸਾਨੂੰ ਕੋਵਿਡ 'ਚ ਫਾਇਦੇ ਵੀ ਮਿਲੇ, ਪੇਪਰ ਬਹੁਤ ਈਜ਼ੀ ਕੀਤੇ ਬੱਚਿਆਂ ਨੇ, ਪਰ ਜਿਨ੍ਹਾਂ ਲੋਕਾਂ ਨੇ ਸਿੱਖਣਾ ਸੀ ਉਹਨਾਂ ਨੇ ਕੋਵਿਡ ਦੇ ਟਾਈਮ ਬਹੁਤ ਕੁਝ ਸਿੱਖਿਆ। ਆਨਲਾਈਨ ਐਜੂਕੇਸ਼ਨ ਬਹੁਤ ਪ੍ਰਫੁੱਲਤ ਹੋਈ, ਬਹੁਤ ਸਾਰੇ ਸੈਮੀਨਾਰ ਕਾਨਫਰੰਸਿਸ ਹੋਈਆਂ, ਬਹੁਤ ਬੱਚਿਆਂ ਨੇ ਬਹੁਤ ਕੁਝ ਲਰਨ ਕੀਤਾ ਉਸ ਟਾਈਮ ਦੇ ਵਿੱਚ। ਸੋ 2019 ਤੋਂ 21 ਦਾ ਟਾਈਮ ਨੂੰ ਆਪਾਂ ਕੀ ਕਹਿ ਸਕਦੇ ਹਾਂ? ਅਵੇਅਰਨੈਸ ਦਾ ਟਾਈਮ। ਜਿਹੜਾ 2023 ਦਾ ਸਮਾਂ ਚੱਲ ਰਿਹਾ ਉਹ ਐਕਸ਼ਨ ਦਾ ਟਾਈਮ ਹੈ। ਕੁਝ ਬੱਚੇ, ਤੁਹਾਡੇ ਵਰਗੇ ਬੱਚੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਥਿਤੀਆਂ ਤੋਂ ਡਰਦੇ ਨਹੀਂ ਹੈਗੇ, ਸਿਚੁਏਸ਼ਨ ਤੋਂ ਡਰਦੇ ਨਹੀਂ ਹੈਗੇ, ਵੀ ਕੈਨ ਚੇਂਜ ਦਾ ਸਿਚੁਏਸ਼ਨ। ਸੋ ਇਦਾਂ ਦੇ ਬੱਚਿਆਂ ਨੇ ਇਹ ਵੀ ਕਰਕੇ ਦਿਖਾਇਆ ਕਿ ਜੇ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਕਰ ਲਓ, ਤੁਸੀਂ ਜੌਬ ਮੰਗਣ ਵਾਲੇ ਨਹੀਂ, ਤੁਸੀਂ ਜੌਬ ਦੇਣ ਵਾਲੇ ਬਣ ਸਕਦੇ ਹੋ। ਤੁਸੀਂ ਹਿਮਾਂਸ਼ੀ ਦਾ ਲੈਕਚਰ ਕਦੇ ਸੁਣਿਆ ਹੋਣਾ, ਜੋ ਸੀਟੈਟ ਦੀ ਕੋਚਿੰਗ ਜਾਂ ਪੀਟੈਟ ਦੀ ਕੋਚਿੰਗ ਦੀਆਂ ਵੀਡੀਓਜ਼ ਵੀ ਬਹੁਤ YouTube ਤੇ ਹੈਗੀਆਂ ਨੇ। ਸ਼ੀ ਇਜ਼ ਅਰਨਿੰਗ ਇਨ ਕਰੋੜਸ ਨਾਓ। ਫਿਰ ਤੁਸੀਂ ਇੱਕ IAS ਦੀ ਕੋਚਿੰਗ ਦਿੰਦੇ ਨੇ, ਮੈਂ ਉਹਨਾਂ ਦਾ ਪ੍ਰੋਪਰਲੀ ਨਾਮ ਸ਼ਾਇਦ ਸਕਿਪ ਕਰ ਰਿਹਾ। ਹਿੰਦੀ ਦੇ ਵਿੱਚ ਵੀ ਚੈਨਲ ਬਣਿਆ ਹੈ, ਇੰਗਲਿਸ਼ 'ਚ ਵੀ ਚੈਨਲ ਬਣਿਆ ਹੈ, ਦ੍ਰਿਸ਼ਟੀ ਚੈਨਲ ਹੈ। ਦ੍ਰਿਸ਼ਟੀ ਚੈਨਲ ਦੇ ਸਰ ਕਰੋੜਸ ਆਫ ਰੁਪੀਸ ਕਮਾ ਰਹੇ ਨੇ ਸਿਰਫ ਆਨਲਾਈਨ ਐਜੂਕੇਸ਼ਨ ਤੋਂ ਬਣਾ ਕੇ। ਇਸੇ ਤਰੀਕੇ ਨਾਲ ਬਹੁਤ ਆਪਸ਼ਨ ਖੁੱਲੀਆਂ ਨੇ। ਤੁਸੀਂ ਇੱਥੋਂ ਬੈਠੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਇੰਗਲੈਂਡ ਦੇ ਵਿੱਚ ਟਿਊਸ਼ਨ ਵਰਕ ਦੇ ਸਕਦੇ ਹੋ। ਪਰ ਸਵਾਲ ਫਿਰ ਉਹੀ ਖੜਾ ਹੁੰਦਾ ਕਿ ਅਸੀਂ ਆਨਲਾਈਨ ਪਲੇਟਫਾਰਮਸ ਤੇ ਆਪਣਾ ਲੈਸਨ ਦੇਣ ਲਈ ਤਿਆਰ ਆ? ਕੀ ਸਾਡੀ ਤਿਆਰੀ ਉਹਨਾਂ ਦਾ ਕੰਟੈਂਟ ਲੈਵਲ ਨੂੰ ਸਮਝਣ ਦੀ ਹੈਗੀ ਆ? ਕੀ ਅਸੀਂ ਇੰਟਰੈਕਟਿਵ ਵੇ ਦੇ ਨਾਲ ਆਨਲਾਈਨ ਟੀਚਿੰਗ 'ਚ ਪੜ੍ਹਾ ਸਕਦੇ ਹਾਂ? ਇਹ ਸਾਰੇ ਸਵਾਲ ਫਿਰ ਸਾਡੇ ਤੇ ਖੜੇ ਨੇ। ਓਪਰਚੁਨਿਟੀਜ਼ ਦੀ ਕੋਈ ਘਾਟ ਨਹੀਂ ਬੇਟਾ, ਜੌਬਸ ਦੀ ਕੋਈ ਘਾਟ ਨਹੀਂ। ਘਾਟ ਹੈ ਕਿ ਕਿਤੇ ਨਾ ਕਿਤੇ ਸਾਡੀ ਪ੍ਰੈਪਰੇਸ਼ਨ ਥੋੜੀ ਜਿਹੀ ਘੱਟ ਲੈਵਲ ਤੇ ਆ, ਸਾਡੀ ਕਮਿਟਮੈਂਟ ਨੂੰ ਹੋਰ ਅੱਗੇ ਲੈ ਕੇ ਜਾਣਾ ਪਏਗਾ। ਆਈ ਐਮ ਵੈਰੀ ਮਚ ਸ਼ੋਰ ਕਿ ਜਿਹੜੇ ਬੱਚੇ ਕੰਟੀਨਿਊਸਲੀ ਚੀਜ਼ਾਂ ਨੂੰ ਸਿੱਖਦੇ ਰਹਿਣਗੇ, ਜਿਹੜੇ ਬੱਚੇ ਬੀਐਡ ਕਰਨ ਤੋਂ ਬਾਅਦ ਵੀ ਆਪਣੀ ਇੰਪਰੂਵਮੈਂਟ ਲਗਾਤਾਰ ਕਰਦੇ ਰਹਿਣਗੇ, ਉਹ ਕਿਤੇ ਨਾ ਕਿਤੇ ਸਕਸੈਸ ਦੀ ਬਹੁਤ ਵੱਡੀ ਪੌੜੀ ਚੜ੍ਹਨਗੇ। ਆਈ ਫਰਮਲੀ ਬਲੀਵ that the students who have zeal to learn, they will definitely get success। ਬਟ ਜਿਹੜੇ ਕਹਿਣਗੇ ਕਿ ਸਾਡੇ ਘਰ ਆ ਕੇ ਰੋਟੀ ਪਰੋਸੀ ਜਾਵੇ, ਉਹ ਤੋਂ ਬਾਅਦ ਵੀ ਥਾਲੀ 'ਚ ਪਾਉਣ ਤੋਂ ਬਾਅਦ ਵੀ ਉਹਦੀ ਬਾਈਟ ਤੋੜ ਕੇ ਸਾਡੇ ਮੂੰਹ 'ਚ ਪਾਈ ਜਾਵੇ, I feel sorry for all these type of students ਕਿ ਜਿਹੜੇ ਕਹਿਣ ਕਿ ਸਾਡੇ ਘਰ ਸਰਕਾਰੀ ਨੌਕਰੀ ਦਾ ਲੈਟਰ ਆਵੇ, ਅਸੀਂ ਕੁਛ ਨਾ ਕਰੀਏ। ਉਹਨਾਂ ਵਾਸਤੇ ਸ਼ਾਇਦ ਟਾਈਮ ਹੋਰ ਚੈਲੰਜਿੰਗ ਹੋਣ ਵਾਲਾ।
ਫਿਰ ਸਾਡੇ ਕੋਲ ਇੱਕੋ ਹੀ ਆਪਸ਼ਨ ਬਚਦੀ ਹੈ ਕਿ ਵੀ ਕੈਨ ਓਨਲੀ ਕ੍ਰਿਟੀਸਾਈਜ਼ ਦਾ ਸਿਸਟਮ। ਇਸ ਲਈ ਮੈਂ ਲਿਖਿਆ ਈਅਰ 2030 ਸਰਵਾਈਵਲ ਆਫ ਦਾ ਫਿਟੈਸਟ। ਜਿਹੜਾ ਤੁਹਾਡੇ ਚੋਂ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰੇਗਾ, ਜਿਹੜਾ ਤੁਹਾਡੇ ਚੋਂ ਇਹਨਾਂ ਚੀਜ਼ਾਂ ਨੂੰ ਸਮਝੇਗਾ, ਜਿਹੜਾ ਤੁਹਾਡੇ ਚੋਂ ਫਲਿਪਡ ਲਰਨਿੰਗ ਤੇ ਕੰਮ ਕਰ ਲੇਗਾ, ਮੂਕਸ ਤੇ ਮੋਬਾਈਲ ਲਰਨਿੰਗ ਹੈ, ਇਨਕਲੂਸਿਵ ਕਲਾਸਰੂਮ ਹੈ, ਮਲਟੀਪਲ ਇੰਟੈਲੀਜੈਂਸ ਨੂੰ ਕਿਤਾਬਾਂ 'ਚ ਨਹੀਂ ਸਮਝਣਾ, ਉਹਨਾਂ ਨੂੰ ਅਸਲ 'ਚ ਬੱਚਿਆਂ 'ਚੋਂ ਸਮਝਣਾ ਕਿ ਮਲਟੀਪਲ ਇੰਟੈਲੀਜੈਂਸ ਕੀ ਹੁੰਦੀ ਆ, ਕਿਉਂ ਬੱਚਾ ਮੇਰਾ ਸਾਇੰਸ ਨਹੀਂ ਪੜ੍ਹ ਰਿਹਾ, ਕੀ ਰੀਜ਼ਨ ਆ ਸਾਇੰਸ ਨਾ ਪੜ੍ਹਨ ਦਾ, ਕੀ ਇਹਨਾਂ ਚੀਜ਼ਾਂ ਨੂੰ ਇੱਕ ਟੀਚਰ ਸਮਝ ਪਾਏਗਾ। ਜਿਹੜੇ ਸਮਝ ਪਾਉਣਗੇ ਉਹ ਹਮੇਸ਼ਾ ਲਈ ਟੀਚਰ ਰਿਸਪੈਕਟ ਅਰਨ ਕਰਦੇ ਰਹਿਣਗੇ। ਬਟ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਇਗਨੋਰ ਕੀਤਾ, ਦੇ ਹੈਵ ਟੂ ਬੀਅਰ ਦਾ ਟਫ ਟਾਈਮ ਅਹੈਡ। ਸੋ ਇਹ ਕੁਝ ਪੁਆਇੰਟਸ ਸੀ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ। ਸਲਾਈਡਸ ਤੁਹਾਡੇ ਕੋਲੇ ਅਵੇਲੇਬਲ ਨੇ। ਇਹ ਸਾਰੀਆਂ ਸਲਾਈਡਸ ਦੇ ਵਿੱਚ ਟੋਟਲ ਜਿਹੜੀਆਂ NEP 2020 ਚੇਂਜਸ ਆ ਰਹੀਆਂ ਨੇ ਉਹਨਾਂ ਨੂੰ ਸਮ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। You can go through all the slides and try to read each slide. ਜੇ ਅੱਜ ਆਪਣਾ ਸੈਸ਼ਨ ਖਤਮ ਹੁੰਦਾ ਤਾਂ ਤੁਸੀਂ 1 ਘੰਟਾ ਇਹਨਾਂ ਸਲਾਈਡਸ ਨੂੰ ਪੜ੍ਹ ਕੇ ਕੱਲੀ ਚੀਜ਼ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ। It can help you in your CTET, PTET. It can help you in UGC NET exam. It can help you in your interview skills. ਤੇ it can also help you whenever you will be joining a school. ਜੇ ਤੁਹਾਨੂੰ ਸਾਰਾ ਚੀਜ਼ਾਂ ਬਾਰੇ ਪਤਾ ਹੋਏਗਾ, ਇੱਕ NEP 2020 ਪ੍ਰਪੋਜ਼ ਕਰਦੀ ਆ ਕਿ ਹਰ ਇੱਕ ਟੀਚਰ ਵਾਸਤੇ 30 ਤੋਂ 50 ਘੰਟੇ ਦਾ ਇੱਕ ਕੋਰਸ ਲਗਾਉਣਾ ਹਰ ਸਾਲ ਜ਼ਰੂਰੀ ਹੋਏਗਾ। ਉਸ ਤੋਂ ਬਿਨਾਂ ਟੀਚਰ ਦੀ ਗਵਰਨਮੈਂਟ ਜੌਬ 'ਚ ਜਾਣ ਤੋਂ ਬਾਅਦ ਵੀ ਪ੍ਰਮੋਸ਼ਨ ਨਹੀਂ ਹੋਏਗੀ ਜੇ ਉਹਨੇ ਉਹ 50 ਘੰਟੇ ਦਾ ਕੋਰਸ ਹਰ ਸਾਲ ਨਹੀਂ ਲਗਾਇਆ ਗਿਆ, ਜਿਹਨੂੰ ਕੀ ਕਿਹਾ ਗਿਆ ਟੀਚਰ ਪ੍ਰੋਫੈਸ਼ਨਲ ਡਿਵੈਲਪਮੈਂਟ। ਉਤੇ ਕਿਉਂ ਫੋਕਸ ਕੀਤਾ ਜਾ ਰਿਹਾ? ਜਿਵੇਂ ਤੁਹਾਡਾ ਫਿਨਿਸ਼ਿੰਗ ਸਕੂਲ ਪ੍ਰੋਗਰਾਮ ਹੈ, ਦਿਸ ਇਜ਼ ਆਲਸੋ 40 ਆਵਰਸ ਪ੍ਰੋਗਰਾਮ। ਇਹ ਤੁਸੀਂ ਕੀ ਸਿੱਖ ਰਹੇ ਹੋ, ਨਵਾਂ ਕੀ ਆ ਰਿਹਾ, ਸਰਕਾਰੀ ਸਕੂਲਾਂ 'ਚ ਕਿਸ ਤਰ੍ਹਾਂ ਦੀਆਂ ਸਥਿਤੀਆਂ ਨੇ, ਕਾਉਂਸਲਰ ਕਿਵੇਂ ਬਣਨਾ, ਬੱਚੇ ਨੂੰ ਗਾਈਡ ਕਿਵੇਂ ਕਰਨਾ, ਫਿਰ 7 C's ਕੀ ਹੁੰਦੀਆਂ ਨੇ, ਇਹ ਸਾਰੀਆਂ ਚੀਜ਼ਾਂ ਸਿੱਖ ਰਹੇ ਹੋ ਨਾ। NEP ਕੀ ਹੁੰਦੀ ਆ? ਮੀਨਸ ਜੋ ਚੀਜ਼ਾਂ ਤੁਹਾਡੇ ਕਰਿਕੂਲਮ ਤੋਂ ਬਿਨਾਂ ਲਗਾਤਾਰ ਚੇਂਜ ਹੋ ਰਹੀਆਂ ਨੇ, ਕੰਟੀਨਿਊਸਲੀ ਚੇਂਜ ਹੋ ਰਹੀਆਂ ਨੇ, to tell you people about all these things, this course is planned. And government is also proposing in NEP 2020 कि every teacher has to complete minimum 50 hours continuous professional development course, जिस तो बाद उदा अगला increment लगेगा। So government जे plan कर रही है तो सानू पहला तो उहदे वास्ते तैयार होना चाहिए। So with this I am stopping at this particular point। ਜੇ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਆਪਾਂ ਡਿਸਕਸ ਕਰ ਸਕਦੇ ਹਾਂ। ਜੇ ਤੁਹਾਡਾ ਕੋਈ ਵੀ ਕੁਐਸਚਨ ਹੈ, you are most welcome. This is all from my side regarding the NEP 2020. Actually I have some urgent work, so ਇਸ ਕਰਕੇ ਮੈਨੂੰ ਮੂਵ ਕਰਨਾ ਪੈਣਾ ਸੀ। ਮੈਨੂੰ ਤਾਂ ਹੀ 5-7 ਦਿਨ ਪਹਿਲਾਂ ਸਟਾਰਟ ਕੀਤਾ ਸੀ ਤੇ ਮੈਂ ਥੋੜਾ ਜਿਹਾ ਫਾਸਟ ਰੇਟ ਤੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਟ ਸਲਾਈਡਸ ਆਰ ਵਿਦ ਯੂ ਪੀਪਲ, ਯੂ ਕੈਨ ਗੋ ਥਰੂ ਦ ਸਲਾਈਡਸ ਐਂਡ ਇਫ ਯੂ ਹੈਵ ਐਨੀ ਕੁਐਸਚਨ ਇਨ ਯੂਰ ਮਾਈਂਡ, ਨੈਕਸਟ 2 to 3 minutes ਵੀ ਕੈਨ ਡਿਸਕਸ। ਜੇ ਤੁਸੀਂ ਕੋਈ ਚੈਟ 'ਚ ਲਿਖਣਾ ਚਾਹੁੰਦੇ ਹੋ, ਕੋਈ ਆਪਣੇ ਆਪ ਨੂੰ ਅਨਮਿਊਟ ਕਰਕੇ ਗੱਲ ਕਰਨਾ ਚਾਹੁੰਦਾ, ਯੂ ਆਰ ਮੋਸਟ ਵੈਲਕਮ ਪਲੀਜ਼। ਇੱਕ ਇਹ ਵੀ ਆਪਣੀ ਹੈਬਿਟ ਬਣਾਓ। ਕੱਲ ਪਰਸੋਂ ਤੁਸੀਂ ਬਹੁਤ ਵਧੀਆ ਇੰਟਰੈਕਟ ਕੀਤਾ, ਜਿਸ ਦਿਨ ਪ੍ਰਿੰਸੀਪਲ ਅਮਨਦੀਪ ਸਿੰਘ ਨੇ ਲੈਕਚਰ ਲਿਆ ਸੀ। ਬੇਟਾ ਹਮੇਸ਼ਾ ਕੁਐਸਚਨਿੰਗ ਕਰਨ ਤੇ ਫੋਕਸ ਰੱਖਿਆ ਕਰੋ। ਕੱਲੇ ਤੁਸੀਂ ਸਪੈਕਟੇਟਰ ਬਣ ਕੇ ਜਾਂ ਪੈਸਿਵ ਲਿਸਨਰ ਬਣ ਕੇ ਸੁਣਨਾ ਨਹੀਂ ਹੈਗਾ। एक सवाल तुम करो, एक सवाल मैं करूं, हर सवाल का जवाब फिर एक सवाल हो। That is a beautiful way of learning. That is a Socratic method of learning. That is question answering method which you have learned in your books. ਉਹਨਾਂ ਚੀਜ਼ਾਂ ਨੂੰ ਐਜ਼ ਅ ਟੀਚਰ ਲਾਈਫ 'ਚ ਅਪਲਾਈ ਕਰਨਾ ਸਿੱਖੋ। ਜਦੋਂ ਰਿਸੋਰਸ ਪਰਸਨ ਕੋਈ ਗੱਲ ਕਰਦੇ ਆ, ਕਾਪੀ ਪੇਜ ਤੇ ਨੋਟ ਕਰੋ ਕਿ ਮੈਨੂੰ ਇੱਥੇ ਡਾਊਟ ਕ੍ਰੀਏਟ ਹੋਇਆ। ਡਾਊਟ ਤੁਹਾਡਾ ਛੋਟਾ ਵੀ ਹੋ ਸਕਦਾ, ਡਾਊਟ ਤੁਹਾਡਾ ਵੱਡਾ ਵੀ ਹੋ ਸਕਦਾ। ਫਿਰ ਡਾਊਟ ਪੁੱਛਣ ਲੱਗੇ ਡਰੋ ਨਾ ਕਿ ਮੇਰੇ ਬਾਰੇ ਬਾਕੀ ਕੀ ਸੋਚਣਗੇ, ਮੇਰੇ ਬਾਰੇ ਬਾਕੀ ਕੀ ਕਹਿਣਗੇ। ਇਹਨੂੰ ਇਹ ਗੱਲ ਨਹੀਂ ਸਮਝ ਆਈ ਸੀ, ਤੁਸੀਂ ਆਪਣਾ ਦੇਖਣਾ, ਤੁਸੀਂ ਲੋਕਾਂ ਦਾ ਨਹੀਂ ਦੇਖਣਾ। ਸੋ ਆਲਵੇਜ਼ enjoy the session, always participate in the session। ਜਦੋਂ ਪਾਰਟਿਸਿਪੇਟ ਕਰਾਂਗੇ ਤਾਂ ਸਾਡੀ ਲਰਨਿੰਗ ਹਾਇਰ ਲੈਵਲ ਤੇ ਹੋਏਗੀ। ਸੋ ਜੇ ਤੁਹਾਡਾ ਕੋਈ ਕੁਐਸਚਨ ਹੈ, ਜਸਟ 1 or 2 minute। ਕੋਈ ਚੈਟ ਬਾਕਸ ਹੈ? हेलो यस प्लीज हिमांशु प्लीज। सर, मेरा क्वेश्चन ये है कि ਜਿਹੜੇ ਜਿਵੇਂ ਹੁਣ ਆਪਣੀ ਕਮਰਸ ਹੈ ਸਰ, ਫਿਰ 9th ਚ ਮਤਲਬ ਸਬਜੈਕਟ ਐਡ ਹੋ ਜਾਣਗੇ ਆਪਣੇ ਮਤਲਬ ਨਿਊ ਐਜੂਕੇਸ਼ਨ ਪਾਲਿਸੀ ਦੇ ਅਕੋਰਡਿੰਗ? ਕਿਹੜੇ ਵਾਲੇ ਸਬਜੈਕਟ ਬੇਟਾ? ਸਰ ਕਮਰਸ ਦੇ।
ਬਿਲਕੁਲ ਜਿਹੜਾ 9th ਕਲਾਸ ਹੈ ਕਮਰਸ ਦਾ ਜਿਹੜਾ ਹੋਏਗਾ, ਜਿਹੜਾ ਤੁਸੀਂ ਹੁਣ +1 ਤੋਂ ਵੱਡੀ ਚੇਂਜ ਦੇਖੋ ਨਾ, +1 +2 ਦੇ ਵਿੱਚ ਚੇਂਜ, ਉਹ 9th ਤੋਂ ਸਟਾਰਟ ਹੋਏਗੀ। ਉਹਦੇ ਫਾਊਂਡੇਸ਼ਨਲ ਕੋਰਸ 9 ਤੋਂ ਸਟਾਰਟ ਹੋਣਗੇ, ਹੌਲੀ ਹੌਲੀ ਉਹਨੂੰ ਬੱਚੇ ਨੂੰ ਸਪੈਸ਼ਲਾਈਜੇਸ਼ਨ +1 ਤੱਕ ਲੈ ਕੇ ਜਾਏਗੇ। ਹੁਣ ਵੱਡੀ ਚੇਂਜ ਕਿੱਥੇ ਆਉਂਦੀ ਹੈ ਜਾ ਕੇ ਬੱਚੇ ਦੀ ਲਾਈਫ ਦੇ ਵਿੱਚ +1 ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ 2025-26 ਦੇ ਅਰਾਊਂਡ ਜਾ ਕੇ ਉਹ ਵੱਡੀ ਚੇਂਜ ਕਿੱਥੇ ਆਏਗੀ, 9ਵੀਂ ਕਲਾਸ ਜਾ ਕੇ। ठीक है सर, थैंक यू। Okay, any other question? ਜਸਵੀਰ ਮੈਮ ਤੁਸੀਂ ਕੰਕਲੂਡ ਕਰ ਸਕਦੇ ਹੋ, ਜੇ ਕੋਈ ਚੈਟ ਬਾਕਸ 'ਚ ਕੋਈ ਕੁਐਸਚਨ ਹੈਗਾ ਜਾਂ ਤੁਸੀਂ ਕੋਈ ਗੱਲਬਾਤ ਕਰਨੀ ਹੈ ਤੁਸੀਂ ਕੰਟੀਨਿਊ ਕਰ ਲਓ। ਹਾਂਜੀ ਸਰ, ਹਾਂਜੀ। ਕੋਈ ਚੈਟ ਠੀਕ ਹੈ। ਬਾਕਸ में चेक कर ला, कोई चैट बॉक्स से नहीं क्वेश्चन आया है? ओके सर। नहीं, ओके, चैट बॉक्स से नहीं कोई क्वेश्चन। सो बेस्ट विशेस टू ऑल द स्टूडेंट हु हैव अटेंडेड द सैशन। मैं ਤੁਹਾਡੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਦੁਆਵਾਂ ਕਰਦਾ ਕਿ ਤੁਹਾਡੀ ਇਹ ਸਿੱਖਣ ਦੀ ਜਿਹੜੀ ਚਾਹਨਾ, ਸਿੱਖਣ ਦਾ ਤੁਹਾਡਾ ਸਕਿੱਲ ਆ, ਇਹ ਕੰਟੀਨਿਊ ਰਹੇ। ਸੋ ਤੁਹਾਡੇ ਵਾਸਤੇ sky is the limit for you people. If you have zeal to learn, no one can stop you. Obstacles ਆਉਂਦੀਆਂ ਨੇ, ਪ੍ਰੋਬਲਮਸ ਆਉਂਦੀਆਂ ਨੇ, but you have to cover those problems. ਜੇ ਤੁਸੀਂ ਡੈਡੀਕੇਸ਼ਨ ਨਾਲ, ਕਮਿਟਮੈਂਟ ਨਾਲ ਲੱਗੇ ਰਹੋਗੇ, ਚਾਹੇ ਤੁਹਾਡੇ ਕੋਲ ਸਕਿੱਲਸ ਘੱਟ ਵੀ ਨੇ, ਲੇਕਿਨ ਫਿਰ ਵੀ ਤੁਸੀਂ ਬਹੁਤ ਕੁਝ ਸਿੱਖ ਲਓਗੇ ਬੇਟਾ। ਜਿਹਨੂੰ ਕਿਸੇ ਨੂੰ ਅਹੰਕਾਰ ਹੁੰਦਾ, ਜਿਹਨੂੰ ਕਿਸੇ ਨੂੰ ਈਗੋ ਹੁੰਦੀ ਆ, ਜਿਹਨੂੰ ਕਿਸੇ ਨੂੰ ਬਹੁਤ ਗਰੂਰ ਹੁੰਦਾ ਕਿ ਮੈਨੂੰ ਤਾਂ ਬਹੁਤ ਆਉਂਦਾ, ਉਹ ਸ਼ਾਇਦ ਲਾਈਫ 'ਚ ਉਹਨਾਂ ਸਕਸੈਸਫੁਲ ਨਹੀਂ ਹੋਏਗਾ ਜਿੰਨਾ ਉਹ ਬੱਚਾ ਹੋ ਜਾਏਗਾ ਜਿਹਦੇ ਕੋਲ ਸਕਿੱਲਸ ਘੱਟ ਨੇ ਬਟ ਸਿੱਖਣ ਵਾਸਤੇ ਹਮੇਸ਼ਾ ਰੈਡੀ ਹੈ। ਸੋ ਆਈ ਕੰਗ੍ਰੈਚੁਲੇਟ all the students who have attended the session and best wishes for you people and be in touch with your college. Thank you very much. Thank you. Thank you sir. बेटे किसी ने कोई क्वेश्चन वगैरह इन जनरल, किसी ने कोई डाउट है, कुछ पूछना चाहता है कि ਆਪਾਂ ਮੀਟਿੰਗ ਨੂੰ ਵਾਈਂਡ ਅਪ ਕਰ ਦਈਏ? ਹਾਂਜੀ ਬੇਟਾ।